ਹੈਲੋ ਐਂਡ ਵੈਲਕਮ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਹਰਜੋਤ ਕੌਰ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਜੀ ਤੁਹਾਡੇ ਆਪਣੇ ਮਨਪਸੰਦ ਇਮੀਗ੍ਰੇਸ਼ਨ ਸ਼ੋਅ ਉਡਾਰੀ ਵਿਦੇਸ਼ਾਂ ਨੂੰ। ਸੋ ਹਰ ਵਾਰ ਦੀ ਤਰ੍ਹਾਂ ਤੁਹਾਡੇ ਸਾਰੇ ਸਵਾਲਾਂ ਨੂੰ ਸ਼ੋਅ ਵਿੱਚ ਸ਼ਾਮਿਲ ਕਰਨ ਦੀ ਕੋਸ਼ਿਸ਼ ਕਰਨ ਜਾ ਰਹੇ ਹਾਂ ਜੀ, ਔਰ ਤੁਹਾਡੇ ਤੱਕ ਅਪਡੇਟ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ, ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਹਾਡਾ ਵਿਦੇਸ਼ ਜਾਣ ਦਾ ਸੁਪਨਾ ਜੋ ਹੈ ਸਹੀ ਤਰੀਕੇ ਨਾਲ, ਸਹੀ ਆਪਸ਼ਨਸ ਦੇ ਨਾਲ ਅਪਲਾਈ ਕਰਨ ਤੋਂ ਬਾਅਦ ਬਹੁਤ ਵਧੀਆ ਤਰੀਕੇ ਨਾਲ ਸਾਕਾਰ ਹੋਵੇ। ਤੇ ਅੱਜ ਆਪਾਂ ਕੈਨੇਡਾ ਆਸਟ੍ਰੇਲੀਆ ਬਾਰੇ ਡਿਟੇਲ 'ਚ ਗੱਲ ਕਰਾਂਗੇ। ਵੀਜ਼ਾ ਰਿਫਿਊਜ਼ਲ ਦੇ ਰੀਜ਼ਨ ਨੂੰ ਜਾਣਨਾ ਚਾਹਾਂਗੇ, ਕਿਵੇਂ ਵੀਕ ਪ੍ਰੋਫਾਈਲ ਨੂੰ ਆਪਾਂ ਸਟਰੋਂਗ ਕਰ ਸਕਦੇ ਹਾਂ, ਉਸ ਦੇ ਬਾਰੇ ਵੀ ਚਰਚਾ ਕਰਾਂਗੇ। ਤੇ ਅੱਜ ਦੀ ਡਿਸਕਸ਼ਨ ਦੇ ਲਈ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਜੀ ਹੈੱਡਕੁਆਰਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਤੋਂ ਵੀਜ਼ਾ ਐਕਸਪਰਟ ਮਿਸਟਰ ਸ਼ੈਵੀ ਟਿਵਾਣਾ ਜੀ। ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਆਪਾਂ ਜਦ ਵੀ ਗੱਲ ਕਰਦੇ ਹਾਂ ਕੈਨੇਡਾ ਦੀ, ਗੱਲ ਕਰਦੇ ਹਾਂ ਕਿਹੜਾ ਸਟੂਡੈਂਟ ਐਲੀਜੀਬਲ ਹੈ, ਬਟ ਮੈਂ ਇੱਥੇ ਅੱਜ ਗੱਲ ਕਰਨਾ ਚਾਹ ਰਹੀ ਹਾਂ ਕਿ ਜਿਹੜੀ ਵੀਕ ਪ੍ਰੋਫਾਈਲਸ ਅਸੀਂ ਮੰਨਦੇ ਹਾਂ, ਸੋ ਉਹਨਾਂ ਨੂੰ ਆਪਾਂ ਉਹ ਪ੍ਰੋਫਾਈਲ ਨੂੰ ਸਟਰੋਂਗ ਕਰਕੇ ਕਿਵੇਂ ਉਸ ਦੇ ਉੱਪਰ ਵੀਜ਼ਾ ਲਿਆ ਜਾਂਦਾ ਹੈ। ਸੋ ਕੀ ਪਲੱਸ ਪੁਆਇੰਟ ਹੋ ਸਕਦੇ ਨੇ ਜਿਨ੍ਹਾਂ ਨੂੰ ਐਡ ਕਰਨ ਤੋਂ ਬਾਅਦ ਇੱਕ ਵੀਕ ਪ੍ਰੋਫਾਈਲ ਦਾ ਵੀ ਸਕਸੈਸਫੁਲੀ ਵੀਜ਼ਾ ਆ ਸਕਦਾ ਹੈ? ਦੇਖੋ, ਐਪਲੀਕੇਸ਼ਨ ਵੀਕ ਹੋਣ ਦੇ ਕਾਰਨ ਬਹੁਤ ਹੁੰਦੇ ਨੇ ਜੀ। ਕੱਲੇ ਸਟੂਡੈਂਟਸ ਦੀ ਆਇਲਸ ਬੈਂਡ ਘੱਟ ਨਾ ਹੋਣ ਕਰਕੇ ਫਾਈਲ ਵੀਕ ਨਹੀਂ ਹੁੰਦੀ, ਉਹਦੀ ਪਰਸੈਂਟ ਵੀਕ ਹੁੰਦੀ ਆ, ਉਹਦੀ ਫੈਮਿਲੀ ਦਾ ਇਨਕਮ ਸੋਰਸ ਵੀਕ ਹੁੰਦਾ, ਉਹਦੀ ਐਪਲੀਕੇਸ਼ਨ ਦੇ ਵਿੱਚ ਗੈਪ ਪੈ ਗਿਆ। ਇਹ ਚੀਜ਼ਾਂ ਨੂੰ ਮਿਲਾ ਕੇ ਪੂਰੀ ਫਾਈਲ ਵੀਕ ਬਣਦੀ ਆ ਜੀ। ਦੇਖੋ, ਕਈ ਸਟੂਡੈਂਟਸ ਜਾਂ ਕਈ ਏਜੰਟਸ ਆਇਲਸ ਬੈਂਡ ਨੂੰ ਹੀ ਵਧਾਉਣ ਤੇ ਲੱਗੇ ਹੋਏ ਨੇ, ਜਿਹਦੇ ਨਾਲ ਬਾਕੀ ਦੀਆਂ ਚੀਜ਼ਾਂ ਵੱਲ ਧਿਆਨ ਨਹੀਂ ਜਾ ਰਿਹਾ। ਬਿਲਕੁਲ, ਆਇਲਸ ਸਕੋਰ ਇੱਕ ਵੱਖਰਾ ਮੈਟਰ ਆ। ਦੇਖੋ, 5.5 ਬੈਂਡ ਤੇ ਵੀਜ਼ਾ ਕੈਨੇਡਾ ਦੇ ਰਿਹਾ, ਉਹ ਕਿਹੜੀ ਕੈਟਾਗਰੀਜ਼ ਦੇ ਵਿੱਚ ਮਿਲਦਾ? ਨੌਨ ਐਸਡੀਐਸ ਦੇ ਵਿੱਚ। 7 ਬੈਂਡ 6 ਬੈਂਡ ਐਸਡੀਐਸ ਕੈਟਾਗਰੀਜ਼ ਵੀਜ਼ਾ ਦੇ ਰਹੀ ਆ। ਸੋ ਇਹ ਕੈਟਾਗਰੀਜ਼ ਨੂੰ ਡਿਸਪਲੇ ਨਹੀਂ ਕੀਤਾ ਜਾ ਰਿਹਾ। ਵੀਜ਼ਾ ਮਿਲਦਾ ਪਿਆ, ਵੀਜ਼ਾ ਨੌਨ ਐਸਡੀਐਸ ਦਾ ਲੈਣਾ ਨਹੀਂ ਆ ਰਿਹਾ। ਨੌਨ ਐਸਡੀਐਸ ਦੇ ਵਿੱਚ 5.5 ਬੈਂਡ ਨੇ ਤੁਹਾਡੇ ESL ਕੋਰਸ ਲਾਓ, ਇੰਗਲਿਸ਼ ਹੈਜ਼ ਏ ਸੈਕੰਡ ਲੈਂਗੁਏਜ ਦਾ। ਜਿਹੜੇ ਸਟੂਡੈਂਟਸ ਨੇ ਦੇਖੋ ਜਰਮਨੀ ਚ ਜਾਣਾ, ਉੱਥੇ ਦੀ ਲੈਂਗੁਏਜ ਦਾ ਕੋਰਸ ਕਰਦਾ। ਜਿਹਨੇ ਸਪੇਨ ਪੜ੍ਹਨਾ ਉਹ ਸਪੈਨਿਸ਼ ਪੜ੍ਹੂਗਾ, ਜਿਹਨੇ ਫਰਾਂਸ ਚ ਜਾਣਾ ਉਹ ਫ੍ਰੈਂਚ ਕੋਰਸ ਪੜ੍ਹਦਾ ਹੁੰਦਾ। ਐਦਾਂ ਹੀ ਕੈਨੇਡਾ ਦੇ ਵਿੱਚ ਤੁਸੀਂ ਜਾ ਰਹੇ ਹੋ ਤਾਂ ਤੁਹਾਡੇ ਕੋਲ ਕੋਰਸ ਹੋਣਾ ਚਾਹੀਦਾ ESL। ਪਹਿਲਾਂ ESL ਤੇ ਹੀ ਵੀਜ਼ਾ ਆਉਂਦਾ ਸੀਗਾ। ਇਹ ਤਾਂ ਆਇਲਸ ਵਗੈਰਾ PT ਹੁਣ ਸ਼ਾਮਿਲ ਹੋਈ ਆ। 15 ਦੇ ਵਿੱਚ, 18 ਦੇ ਵਿੱਚ, 17 ਚ ਵੀਜ਼ੇ 5.5 ਬੈਂਡ ਤੇ ਹੀ ਆਉਂਦੇ ਸੀ। ਨੌਨ ਐਸਡੀਐਸ ਕੈਟਾਗਰੀਜ਼ ਸਭ ਤੋਂ ਪੁਰਾਣੀ ਕੈਟਾਗਰੀਜ਼ ਆ ਨੌਨ ਐਸਡੀਐਸ, ਜਿਹਦੇ ਚ 5.5 ਤੇ ਪਲੱਸ ESL ਕੋਰਸ ਨਾਲ ਵੀਜ਼ਾ ਗ੍ਰਾਂਟ ਹੋ ਰਿਹਾ। ਇਹ ਕੋਰਸ ਆ ਜਿਹੜਾ, ਇਹ ਇੰਗਲਿਸ਼ ਲੈਂਗੁਏਜ ਦਾ ਕੋਰਸ ਆ, ਸੇਮ ਆਇਲਸ ਵਾਂਗੂ ਕੋਰਸ ਆ। ਤੁਸੀਂ ਕੈਨੇਡਾ ਦੇ ਕਿਸੇ ਵੀ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚ ਇਹਨੂੰ ਪੜ੍ਹ ਸਕਦੇ ਹੋ। ਬੈਂਡ ਸਕੋਰ ਘੱਟ ਹੋਣ ਕਾਰਨ ਤੁਸੀਂ ਇਹ ਕੋਰਸ ਸਿਲੈਕਟ ਕਰਦੇ ਹੋ। ਅੱਜ ਪੰਜਾਬ ਦੇ ਵਿੱਚ ਇਹ ਕੋਰਸ ਦਿੱਤਾ ਹੀ ਨਹੀਂ ਜਾ ਰਿਹਾ ਸਟੂਡੈਂਟਸ ਨੂੰ, ਇੱਕ ਸਲਾਹ ਹੀ ਨਹੀਂ ਦਿੱਤੀ ਜਾ ਰਹੀ, ਜਿਹਦੇ ਕਰਕੇ ਵੀਜ਼ਾ ਰਿਫਿਊਜ਼ ਹੋ ਰਿਹਾ। ਜਿਹਦੇ ਆਇਲਸ ਦੇ ਵਿੱਚ ਬੈਂਡ ਘੱਟ ਨੇ, ਉਹਦੇ ਪਰਸੈਂਟ ਅੱਛੇ ਨੇ, ਉਹਦਾ ਗੈਪ ਨਹੀਂ ਹੈਗਾ, ਉਹਦੀ ਪਰਿਵਾਰ ਦਾ ਇਨਕਮ ਸੋਰਸ ਜ਼ਿਆਦਾ, ਬਟ ਆਇਲਸ ਦਾ ਬੈਂਡ ਘਟਣ ਕਰਕੇ ਉਹ ESL ਕੋਰਸ ਲਾਣ ਤਾਂ ਉਹਨਾਂ ਨੂੰ ਵੀਜ਼ਾ ਮਿਲ ਜੂਗਾ। ਬਟ ਇਹ ਚੀਜ਼ਾਂ ਕੀਤੀਆਂ ਨਹੀਂ ਜਾ ਰਹੀਆਂ। ਸਟੂਡੈਂਟਸ 2-2, 2.5 ਲੱਖ ਰੁਪਏ ਆਇਲਸ ਤੇ ਵੇਸਟ ਕਰ ਰਿਹਾ, ਗੈਪ ਪਾ ਰਿਹਾ, ਜਿਹਦੇ ਕਰਕੇ ਉਹਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈ ਰਿਹਾ। ਅੱਜ ਵੀਜ਼ਾ ਲੈਣਾ ਬਹੁਤ ਜ਼ਿਆਦਾ ਈਜ਼ੀ ਹੋਇਆ ਪਿਆ, ਬਟ ਜੇ ਤੁਹਾਡਾ ਏਜੰਟ ਅੱਛਾ ਤੇ ਉਹਦੀ ਸਲਾਹ ਅੱਛੀ ਆ। ਜੇ ਮਾਰੇ ਆਪਾਂ ਮਾੜੇ ਏਜੰਟ ਦੀ ਗੱਲ ਕਰੀਏ ਤਾਂ ਉਹ ਤੁਹਾਨੂੰ ਵੀਜ਼ਾ ਨਹੀਂ ਲੈ ਕੇ ਦੇ ਸਕਦਾ, ਕਿਉਂਕਿ ਉਹ ਸਿਰਫ ਇੱਕ ਤੁੱਕੇ ਦੇ ਨਾਲ ਚੱਲਦਾ ਪਿਆ। ਜਿੱਦਾਂ ਪੇਪਰਾਂ 'ਚ ਇੱਕ ਤੁੱਕਾ ਲਾ ਲੈਂਦੇ ਆ ਨਾ ਆਪਾਂ, ਇਦਾਂ ਕਰਨਾ ਉਦਾਂ ਕਰਨਾ। ਸੋ ਅੱਜ ਨੈਟ ਤੇ ਰਿਕੁਆਇਰਮੈਂਟ ਦੇਖੀ ਜਾ ਰਹੀ ਆ, ਉਸ ਤਰੀਕੇ ਨਾਲ ਫਾਈਲ ਰੀਪ੍ਰੈਜ਼ੈਂਟ ਕੀਤੀ ਜਾ ਰਹੀ ਆ। ਐਪਲੀਕੇਸ਼ਨ ਦੇ ਅਸਲੀ ਰੀਜ਼ਨ ਨਹੀਂ ਪਤਾ। ਜਦੋਂ ਫਾਈਲ ਕੈਨੇਡਾ ਦੇ ਵਿੱਚ ਅੰਬੈਸੀ ਸਬਮਿਟ ਕਰਾਉਣੀ ਆ ਤਾਂ ਕਿੰਨਾ ਟਾਈਮ 'ਚ ਅੰਬੈਸੀ ਫਾਈਲ ਸਬਮਿਟ ਕਰਾਉਂਦੀ ਆ, ਕੀ ਡਾਕੂਮੈਂਟਸ ਲੱਗਦੇ ਆ, ਫਾਈਲ ਨੂੰ ਕਿਵੇਂ ਰੀਪ੍ਰੈਜ਼ੈਂਟ ਕੀਤਾ ਜਾਂਦਾ, ਕਿਵੇਂ GCK ਅਕਾਊਂਟ ਬਣਦਾ, ਇਹ ਕੁਛ ਨਹੀਂ ਪਤਾ ਕਿਸੇ ਨੂੰ। ਬਿਲਕੁਲ ਇਹ ਚੀਜ਼ਾਂ ਸਮਝਣੀਆਂ ਪੈਣੀਆਂ ਨੇ ਤਾਂ ਵੀਜ਼ਾ ਮਿਲੂਗਾ। ਅੱਜ ਵੀਜ਼ਾ ਲੈਣਾ ਤਾਂ ਵੀਜ਼ੇ ਦੀ ਡਿਟੇਲ 'ਚ ਜਾਣਾ ਪਊਗਾ ਤੁਹਾਨੂੰ, ਸਿਰਫ ਪੈਸੇ ਦੇ ਕੇ ਵੀਜ਼ਾ ਨਹੀਂ ਮਿਲਦਾ। ਵੀਜ਼ੇ ਦੀ ਰਿਕੁਆਇਰਮੈਂਟ ਤੇ ਰੀਪ੍ਰੈਜ਼ੈਂਟ ਨਾਲ ਵੀਜ਼ਾ ਮਿਲੂਗਾ ਪੰਜਾਬ 'ਚ, ਜੇ ਸਟੂਡੈਂਟਸ ਵੀਜ਼ਾ ਲੈਣਾ ਚਾਹੁੰਦਾ ਜੀ। ਬਿਲਕੁਲ, ਤੁਸੀਂ ESL ਕੋਰਸ ਦੀ ਜਿਹੜੀ ਗੱਲ ਕੀਤੀ ਹੈ, ਜ਼ਰੂਰ ਚਾਹਾਂਗੇ ਕਿ ਉਹਨੂੰ ਥੋੜਾ ਹੋਰ ਡਿਟੇਲ 'ਚ ਵੀ ਸਮਝਾਈਏ ਕੀ ਇਹ ਕੋਰਸ ਹੁੰਦਾ ਹੈ, ਅੱਗੋਂ ਜਿਵੇਂ ਉਹਨਾਂ ਦੀ ਪੜ੍ਹਾਈ ਦੇ ਨਾਲ ਨਾਲ ਕਿਵੇਂ ਇਹ ਕੋਰਸ ਕੰਪਲੀਟ ਹੁੰਦਾ ਹੈ? ਦੇਖੋ, ਇਹ ਕੋਰਸ ਆ ਇੱਕ ਇੰਗਲਿਸ਼ ਲੈਂਗੁਏਜ ਦਾ। ਜਿਹੜੇ ਸਟੂਡੈਂਟਸ ਨੇ ਬਿਜ਼ਨਸ ਕੋਰਸ ਲੈ ਲਿਆ, ਉਹਦੇ ਆਇਲਸ 'ਚੋਂ 2 ਮੋਡਿਊਲ 'ਚੋਂ 5.5 ਬੈਂਡ ਬਣਦੇ ਨੇ, ਬਟ ਉੱਥੇ ਦੇ ਕੋਰਸ ਤੇ ਕਾਲਜ ਦੀ ਰਿਕੁਆਇਰਮੈਂਟ 6 ਈਚ ਦੀ ਆ। ਬਟ ਇੱਕ ਪਾਸੇ 5.5 ਬੈਂਡ, ਇੱਕ ਪਾਸੇ 6 ਈਚ ਰਿਕੁਆਇਰਮੈਂਟ ਕੰਪਲੀਟ ਨਹੀਂ ਹੋ ਰਹੀ। ਤੁਸੀਂ ਉਸੇ ਹੀ ਕਾਲਜ ਦੇ ਵਿੱਚ ਇੱਕ ESL ਕੋਰਸ ਸਿਲੈਕਟ ਕਰ ਸਕਦੇ ਹੋ।
ਕਿ ਮੇਰੇ 5.5 ਬੈਂਡ ਨੇ, ESL ਕੋਰਸ ਮੈਂ ਚੁਣ ਲਿਆ, ਸਟੱਡੀ ਦੇ ਵਿੱਚ ਮੇਰੇ 70 ਜਾਂ 50% ਨੰਬਰ ਨੇ, ਕੋਰਸ ਦੀ ਰਿਕੁਆਇਰਮੈਂਟ ਮੈਂ ਪੂਰੀ ਕਰ ਰਿਹਾ, ਲੈਂਗੁਏਜ ਸਕੋਰ ਦੀ ਰਿਕੁਆਇਰਮੈਂਟ ਮੇਰੀ ਪੂਰੀ ਨਹੀਂ ਹੈਗੀ, ਉਹਦੇ ਲਈ ਮੈਂ ESL ਕੋਰਸ ਚੁਣਿਆ ਕਿਉਂਕਿ ਮੈਂ ਫਾਈਲ ਨੌਨ SDS ਕੈਟਾਗਰੀਜ਼ ਚ ਲਾਣੀ ਆ। ਸੋ ਵੀਜ਼ਾ ਆਫਿਸਰ ਤੱਕ ਜਦੋਂ ਫਾਈਲ ਪਹੁੰਚਦੀ ਆ, ਉਹਦੇ ਵਿੱਚ ਕੀ ਹੁੰਦਾ, ਵੀਜ਼ਾ ਆਫਿਸਰ ਦੇਖਦਾ 6 ਇੰਚ ਦੀ ਰਿਕੁਆਇਰਮੈਂਟ ਸੀ, ਓਵਰਆਲ 5.5 ਤੇ ਐਪਲੀਕੇਸ਼ਨ ਲੱਗੀ ਹੈ, ਨਾਲ ESL ਕੋਰਸ ਆ ਤੇ ਐਸਓ ਵਿੱਚ ਮੈਂਸ਼ਨ ਕਰ ਰਹੇ ਆ ਨਾ ਕਿ 5.5 ਬੈਂਡ ਆਏ ਨੇ ਆਇਲਸ ਦੇ ਵਿੱਚ ਸਾਡੇ, ਜਾਂ 2 ਚੋਂ 5.5 ਆਏ ਨੇ, ਅਸੀਂ ਕੈਨੇਡਾ ਦੇ ਵਿੱਚ ਸਭ ਤੋਂ ਪਹਿਲਾਂ ESL ਕੋਰਸ ਪੜਾਂਗੇ, ਬੈਂਡ ਸਕੋਰ ਦੀ ਰਿਕੁਆਇਰਮੈਂਟ ਨੂੰ ਪੂਰੀ ਕਰਾਂਗੇ, ਉਸ ਤੋਂ ਬਾਅਦ ਆਪਣਾ ਡਿਗਰੀ ਡਿਪਲੋਮਾ ਸਟਾਰਟ ਕਰਾਂਗੇ। ਓਕੇ, ਇਸ ਲਈ ਇਹ ਲੈਵਲ ਬਣਦਾ ਹੁੰਦਾ। ਹੁਣ 5.5 ਬੈਂਡ ਨੇ, ਲੈਵਲ 2 ਦੀ ਉਹਨਾਂ ਦੀ ਲੈਂਗੁਏਜ ਆ, ਲੈਵਲ 1 ਤੇ ਲੈਵਲ 6 ਈਚ ਆ ਜਾਂਦਾ। ਸੋ ਇਦਾਂ ਲੈਵਲ ਵਾਈਜ਼ ਚੱਲਣਾ ਪੈਂਦਾ। ਹੁਣ ਜਿਹੜੇ ਕਾਲਜ ਦੇ ਵਿੱਚ ਜਾਂ ਕੋਰਸ ਦੇ ਵਿੱਚ ਤੁਸੀਂ ਜਾ ਰਹੇ ਹੋ, ਪਹਿਲਾਂ ਉਹ ਵੇਖੋ ਕਿ ਤੁਸੀਂ ਕਿਹੜੇ ਇਨਟੇਕ ਲਈ ਚੁਣਿਆ। ਜੇ ਤੁਸੀਂ ਅੱਜ ਜਨਵਰੀ ਇਨਟੇਕ ਦੇ ਵਿੱਚ ਫਾਈਲ ਲਗਵਾਉਣਾ ਚਾਹੁੰਦੇ ਹੋ ਤਾਂ ਸਤੰਬਰ ਦੇ ਵਿੱਚ ਤੁਹਾਡੀ ਫਾਈਲ ਐਮਬੈਸੀ 'ਚ ਸਬਮਿਟ ਹੋਣੀ ਚਾਹੀਦੀ ਆ, ਤਾਂ ਤੁਹਾਨੂੰ ਵੀਜ਼ਾ ਮਿਲੂਗਾ, ਕਿਉਂਕਿ 3 ਮਹੀਨੇ ਪਹਿਲਾਂ ਐਮਬੈਸੀ ਸਮਾਂ ਮੰਗ ਰਹੀ ਆ ਫਾਈਲ ਨੂੰ ਵੀਜ਼ਾ ਦੇਣ ਦਾ। ਪਹਿਲਾਂ ਕੈਨੇਡਾ ਕੀ ਕਰਦਾ ਸੀ, ਡਾਕੂਮੈਂਟਸ ਨੂੰ ਜਿਹੜੇ ਤੁਸੀਂ ਆਪਣੇ ਸਟੇਬਲ ਕਰਕੇ ਲਾਏ ਨੇ, ਉਹ ਜ਼ਿਆਦਾ ਨਹੀਂ ਉਹ ਦੇਖਦਾ ਹੁੰਦਾ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ, ਟਰਸਟ ਸੀਗਾ ਕਿ ਸਟੂਡੈਂਟਸ ਜੋ ਵੀ ਡਾਕੂਮੈਂਟਸ ਲਾ ਰਿਹਾ ਉਹ ਅੱਛੇ ਲਾ ਰਿਹਾ। ਜਦੋਂ ਗਲਤ ਡਾਕੂਮੈਂਟ, ਜਾਲੀ ਫੰਡ, ਜਾਲੀ ਡਾਕੂਮੈਂਟਸ ਲੱਗੇ ਤਾਂ ਸਾਰਾ ਹੀ ਇੱਕ ਟਰਸਟ ਟੁੱਟ ਗਿਆ ਐਮਬੈਸੀ ਦਾ, ਕਿ ਪੰਜਾਬ 'ਚ ਵੀ ਇਹ ਚੀਜ਼ਾਂ ਆ ਰਹੀਆਂ ਨੇ ਜਾਲੀਆਂ। ਉਹਦੇ ਕਰਕੇ ਐਮਬੈਸੀ ਦਾ ਸਮਾਂ ਵੱਧ ਗਿਆ ਵੈਰੀਫਿਕੇਸ਼ਨ ਦਾ। ਉਹ ਹਰ ਇੱਕ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਕਰਨੀ ਸ਼ੁਰੂ ਕਰ ਗਏ। ਕਈ ਸਟੂਡੈਂਟਸ ਤਾਂ ਅੱਜ ਬੈਨ ਵੀ ਹੋਈ ਬੈਠੇ ਨੇ। ਬਿਲਕੁਲ, ਉਹ ਕਾਰਨ ਇਹ ਸੀਗਾ, ਦੇਖੋ ਜਦੋਂ ਤੁਸੀਂ ਗਲਤ ਡਾਕੂਮੈਂਟ ਦੇ ਰਹੇ ਹੋ, ਐਮਬੈਸੀ ਦਾ ਵਿਸ਼ਵਾਸ ਟੁੱਟ ਗਿਆ ਕਿ ਇਹ ਗਲਤ ਡਾਕੂਮੈਂਟ ਤੇ ਵੀਜ਼ਾ ਮੰਗਦੇ ਪਏ ਨੇ, ਫਿਰ ਉਹਨਾਂ ਨੇ ਆਪਣਾ ਪ੍ਰੋਸੈਸਿੰਗ ਟਾਈਮ ਵਧਾਤਾ। ਉਹ ਹਰ ਇੱਕ ਫਾਈਲ ਨੂੰ ਚੰਗੇ ਤਰੀਕੇ ਨਾਲ ਰੀਪ੍ਰੈਜ਼ੈਂਟ ਕਰ ਰਹੀ ਆ, ਦੇਖਦੀ ਪਈ ਆ ਕਿ ਇਹ ਰੀਪ੍ਰੈਜ਼ੈਂਟ ਹੋਈ ਹੈ, ਇਹਦੇ 'ਚ ਕੋਈ ਜਾਲੀ ਫੰਡ ਜਾਂ ਜਾਲੀ ਕੋਈ ਡਾਕੂਮੈਂਟਸ ਤਾਂ ਨਹੀਂ ਆ। ਜੇ ਗੈਪ ਆ, ਵਾਕਈ ਨੇ ਐਕਸਪੀਰੀਅੰਸ ਹੈਗਾ ਇਹਦੇ ਕੋਲ ਜਾਂ ਬਣਵਾਇਆ ਹੋਇਆ। ਸੋ ਇਹ ਚੀਜ਼ਾਂ ਨੂੰ ਵੇਖਦੇ ਹੋਏ ਸਮਾਂ ਲੱਗ ਰਿਹਾ। ਘੱਟੋ ਘੱਟ ਐਮਬੈਸੀ ਵੀਜ਼ਾ ਦੇਣ ਦੇ ਲਈ ਇਨਟੇਕ ਤੋਂ 3 ਮਹੀਨੇ ਪਹਿਲਾਂ ਐਪਲੀਕੇਸ਼ਨ ਮੰਗ ਰਹੀ ਆ। SOP ਦੇ ਵਿੱਚ ESL ਕੋਰਸ ਦਾ ਮੈਂਸ਼ਨ ਕਰੋ, ਕਿਉਂ ਲਿੱਤਾ, ਅੱਗੇ ਕੀ ਕਰੋਗੇ ਤੁਸੀਂ। ਜਦੋਂ ਤੁਸੀਂ ਇੱਕ ਸਿਲੈਕਟ ਕਰ ਲਿਆ, ਉਹਦੀ ਕੋਈ ਜਸਟੀਫਿਕੇਸ਼ਨ ਨਹੀਂ ਦਿੱਤੀ, ਵੀਜ਼ਾ ਉੱਦਾਂ ਵੀ ਨਹੀਂ ਆਉਂਦਾ। ਮੇਰੇ ਕੋਲ ਇੱਕ ਸਟੂਡੈਂਟ ਆਇਆ, ਕਹਿੰਦਾ ਸਰ ਮੈਂ ESL ਕੋਰਸ ਲਿੱਤਾ ਸੀ ਬਟ ਮੇਰਾ ਵੀਜ਼ਾ ਫਿਰ ਵੀ ਨਹੀਂ ਆਇਆ। ਮੈਂ ਕਿਹਾ ਤੂੰ ਆਪਣੇ ਡਾਕੂਮੈਂਟਸ ਦੇ। SOP 'ਚ ਤਾਂ ਮੈਂਸ਼ਨ ਹੀ ਨਹੀਂ ਕੀਤਾ ਉਹਨਾਂ ਨੇ। SOP 'ਚ ਮੈਂਸ਼ਨ ਕੀਤਾ ਹੁੰਦਾ ਕਿ ਤੇਰਾ ESL ਕੋਰਸ ਮੈਂ ਕਿਉਂ ਲਿੱਤਾ ਤੇ ਕਿਉਂ ਪੜ੍ਹਨਾ ਉੱਥੇ, ਕੀ ਮੇਰਾ ਕਾਰਨ ਆ, ਤਾਂ ਵੀਜ਼ਾ ਮਿਲਦਾ। ਜੇ ਤੁਸੀਂ ਉਸ ਚੀਜ਼ ਨੂੰ ਜਸਟੀਫਿਕੇਸ਼ਨ ਨਹੀਂ ਦੇ ਰਹੇ, ਤੁਹਾਨੂੰ ਵੀਜ਼ਾ ਨਹੀਂ ਮਿਲਦਾ। ਬਿਲਕੁਲ ਬਿਲਕੁਲ। ਸੋ ਇਹ ਚੀਜ਼ਾਂ ਇਸ ਲਈ ਅਸੀਂ ਸ਼ੋਅ ਦੇ ਵਿੱਚ ਇਹ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਂਦੇ ਕਿ ਤੁਸੀਂ ਵੀ ਅਵੇਅਰ ਹੋਵੋ, ਤੁਹਾਨੂੰ ਵੀ ਸਾਰੀਆਂ ਗੱਲਾਂ ਦਾ ਪਤਾ ਹੋਵੇ। ਸੋ ESL ਕੋਰਸ ਦੀ ਆਪਾਂ ਗੱਲ ਇਸ ਲਈ ਕੀਤੀ ਹੈ ਕਿ ਜਿਨ੍ਹਾਂ ਦੇ ਕਿਸ ਤਰ੍ਹਾਂ ਦੇ ਆਇਲਸ ਸਕੋਰ ਵਾਲਿਆਂ ਨੂੰ ਵੈਸੇ ਸੁਜੈਸਟ ਤੁਸੀਂ ਮੋਸਟਲੀ ਕਰਦੇ ਹੋ ਕਿ ਉਹਨਾਂ ਨੂੰ ਕੀ ਲੈਣਾ ਚਾਹੀਦਾ। ਜਿਨ੍ਹਾਂ ਦਾ 6 ਈਚ ਬੈਂਡ ਨਹੀਂ ਹੈਗਾ, ਜਿਹਦੇ 1 ਚੋਂ 5.5 ਜਾਂ ਓਵਰਆਲ 5.5 ਬੈਂਡ ਆ ਗਏ, ਉਹ ਸਟੂਡੈਂਟਸ ਨੂੰ ਮੈਂ ESL ਕੋਰਸ ਦੇਣਾ ਚਾਹੂੰਗਾ। ਠੀਕ ਹੈ, ਕਿਉਂਕਿ ESL ਕੋਰਸ ਇੱਕ ਇੰਗਲਿਸ਼ ਲੈਂਗੁਏਜ ਦਾ ਕੋਰਸ ਆ। ਜਿੱਦਾਂ ਤੁਸੀਂ ਆਇਲਸ ਇੱਥੇ ਕੀਤੀ ਹੈ, ਸੇਮ ਆਇਲਸ ਵਾਂਗੂ ਹੀ ਉਹ ਕੋਰਸ ਆ। ਉਹਦੇ ਨਾਲ ਵੀਜ਼ਾ ਆਫਿਸਰ ਨਾ ਬਹੁਤ ਚੰਗੇ ਤਰੀਕੇ ਨਾਲ ਕਨਵਿੰਸ ਹੋ ਜਾਂਦਾ ਕਿ ਸਟੂਡੈਂਟਸ ਲੈਂਗੁਏਜ ਨੂੰ ਵਧਾਉਣ ਦੇ ਲਈ ਜਾਂ ਇਨਕਰੀਜ਼ ਕਰਨ ਦੇ ਲਈ, ਬੈਂਡ ਸਕੋਰ ਦੇ ਲਈ ਮਿਹਨਤ ਕਰਦਾ ਪਿਆ। ਉਹ ਇੱਥੇ ਵੀ ਆ ਕੇ ਵੀ ਆਪਣੀ ਲੈਂਗੁਏਜ ਨੂੰ ਪਰਫੈਕਟ ਕਰੂਗਾ। ਕਿਉਂਕਿ ਮੰਨ ਲਓ ਹੁਣ ਪੰਜਾਬ 'ਚ ਕੋਈ ਪੰਜਾਬੀ ਨਾ ਬੋਲੇ ਤਾਂ ਹਿੰਦੀ ਵਾਲਾ ਇੱਥੇ ਆ ਕੇ ਰਹਿ ਨਹੀਂ ਸਕਦਾ, ਕਿਉਂਕਿ ਜਦੋਂ ਉਹਨੂੰ ਪੰਜਾਬੀ ਨਹੀਂ ਆਊਗੀ। ਐਦਾਂ ਹੀ ਤੁਸੀਂ ਪੰਜਾਬੀ ਲੈਂਗੁਏਜ ਨੂੰ ਛੱਡ ਕੇ ਇੱਕ ਇੰਗਲਿਸ਼ ਲੈਂਗੁਏਜ ਵਾਲੀ ਕੰਟਰੀ 'ਚ ਜਾ ਰਹੇ ਹੋ, ਜਿੱਥੇ ਤੁਹਾਡੀ ਲੈਂਗੁਏਜ ਕੰਫਰਟੇਬਲ ਨਹੀਂ ਆ ਤੇ ਵੀਜ਼ਾ ਵੀ ਤੁਸੀਂ ਪੜ੍ਹਨ ਦਾ ਅਪਲਾਈ ਕੀਤਾ। ਬਿਲਕੁਲ, ਤਾਂ ਇਹ ਚੀਜ਼ਾਂ ਨੂੰ ਰੀਪ੍ਰੈਜ਼ੈਂਟ ਕਰਨਾ ਪੈਂਦਾ ਹੋਣਾ, ਉਹਨਾਂ ਨੂੰ ਜਸਟੀਫਿਕੇਸ਼ਨ ਦੇਣੀ ਪੈਂਦੀ ਆ ਲੈਂਗੁਏਜ ਦੀ, ਤਾਂ ਵੀਜ਼ਾ ਮਿਲਦਾ ਹੁੰਦਾ। ਉਹਨਾਂ ਨੇ ਕਿਤੇ ਨਹੀਂ ਲਿਖਿਆ ਕਿ ਇੰਨੇ ਬੈਂਡ ਵਾਲੇ ਨੂੰ ਵੀਜ਼ਾ ਮਿਲੂਗਾ, ਇੰਨੇ ਬੈਂਡ ਵਾਲੇ ਨੂੰ ਨਹੀਂ ਮਿਲੂਗਾ। ਸੋ ਉਹਨਾਂ ਨੇ ਕਿਹਾ ਸਾਨੂੰ ਐਪਲੀਕੇਸ਼ਨ ਦੇ ਰਹੇ ਹੋ, ਰੀਪ੍ਰੈਜ਼ੈਂਟ ਕਰੋ, ਕਿਉਂ ਚੱਲੇ ਹੋ, ਕੀ ਕਾਰਨ ਆ ਤੁਹਾਡਾ ਉੱਥੇ ਜਾਣ ਦਾ। ਸੋ ਜਦੋਂ ਤੁਸੀਂ 5.5 ਬੈਂਡ ਤੇ ਫਾਈਲ ਲਾ ਰਹੇ ਹੋ, ESL ਕੋਰਸ ਨਹੀਂ ਚੁਣਿਆ, ਕਾਰਨ ਆਊਗਾ ਕਿ ਤੁਹਾਡੀ ਲੈਂਗੁਏਜ ਕੰਫਰਟੇਬਲ ਨਹੀਂ ਹੈਗੀ, ਬੈਂਡ ਸਕੋਰ ਘੱਟ ਨੇ, ਤੁਸੀਂ ਕੈਨੇਡਾ ਤੋਂ ਵਾਪਸ ਨਹੀਂ ਆਣਾ। ਹੁਣ ਜਿਹੜੇ ਬੱਚੇ ਦੀ ਲੈਂਗੁਏਜ ਅੱਛੀ ਨਹੀਂ ਸੀ, ਉਹਨੇ ਬੈਂਡ ਸਕੋਰ ਨਹੀਂ ਲਏ, ਉਹਨੇ ESL ਕੋਰਸ ਨਹੀਂ ਲਿੱਤਾ, ਉਹਨੇ ਫਾਈਲ ਲਾਤੀ, ਆਪਾਂ ਨੂੰ ਤਾਂ ਪਤਾ ਹੀ ਹੈ ਕਿ ਇਹ ਤਾਂ ਪਹੁੰਚਣਾ ਚਾਹੁੰਦਾ,
ਇਸ ਕਰਕੇ ਉਹ ਕਾਰਨ ਪਾ ਦਿੰਦੇ ਆ ਤੂੰ ਵਾਪਸ ਨਹੀਂ ਆਉਣਾ। ਇਹ ਰੀਜ਼ਨ ਤੁਹਾਨੂੰ ਰਿਫਿਊਜ਼ਲ ਦੇ ਮੁਕਾਮ ਤੱਕ ਪਹੁੰਚਾਉਂਦੇ ਨੇ। ਐਪਲੀਕੇਸ਼ਨ 5.5 ਵਾਲੀ ਵੀ ਵੀਜ਼ਾ ਮਿਲਿਆ ਹੋਇਆ ਪੇਜ ਤੇ ਤੁਸੀਂ ਚੈੱਕ ਕਰੋ, ਰੀਪ੍ਰੈਜ਼ੈਂਟ ਹੋ ਗਿਆ ਐਪਲੀਕੇਸ਼ਨ, ਵੀਜ਼ਾ ਮਿਲੂਗਾ। ਹੁਣ ਪੀਟੀ ਤੇ ਆ, ਕਈ ਏਜੰਟਸ ਕਹਿੰਦੇ ਨੇ ਵੀਜ਼ਾ ਨਹੀਂ ਆਣਾ, ਬਟ ਆਪਾਂ ਪੀਟੀ ਦੇ ਵੀ ਵੀਜ਼ੇ ਲੈ ਕੇ ਦਿੱਤੇ ਨੇ। ਹਾਂਜੀ, ਹਰ ਇੱਕ ਤੁਹਾਡੇ ਸ਼ੋਅ ਦੇ ਵਿੱਚ ਪੀਟੀ ਤੇ ਆਪਾਂ ਕੁਝ ਵੀਜ਼ੇ ਦਿਖਾਏ ਨੇ, ਕਿਉਂਕਿ ਪੀਟੀ ਤੇ ਕੈਨੇਡਾ ਵੀਜ਼ਾ ਦੇ ਰਿਹਾ। ਪਹਿਲਾਂ ਅਸੀਂ ਪੀਟੀ ਐਕਸੈਪਟ ਨਹੀਂ ਸੀ ਕੈਨੇਡਾ 'ਚ, ਹੁਣ ਪੀਟੀ ਐਕਸੈਪਟ ਹੋ ਗਈ ਆ, ਹੁਣ ਵੀਜ਼ੇ ਮਿਲਣੇ ਸ਼ੁਰੂ ਹੋ ਗਏ ਨੇ। ਬਟ ਪਹਿਲਾਂ ਐਪਲੀਕੇਸ਼ਨ ਲਾਓ ਇਨਟੇਕ ਤੋਂ 3 ਮਹੀਨੇ ਪਹਿਲਾਂ, ਤਾਂ ਅੱਜ ਕੈਨੇਡਾ ਤੁਹਾਨੂੰ ਵੀਜ਼ਾ ਦੇਊਗਾ। ਜੇ ਮਹੀਨੇ 1.5 ਮਹੀਨੇ ਪਹਿਲਾਂ ਫਾਈਲ ਲਾਓਗੇ ਤੁਹਾਨੂੰ ਵੀਜ਼ਾ ਨਹੀਂ ਮਿਲਣਾ ਕੈਨੇਡਾ ਦਾ। ਜੀ ਜੀ, ਇਹ ਤੁਸੀਂ ਸਮਝੋ ਇਸ ਗੱਲ ਨੂੰ। ਬਿਲਕੁਲ। ਪਰ ਇੱਥੇ ਮੈਂ ਇੱਕ ESL ਨੂੰ ਇੱਕ ਸਵਾਲ ਹੋਰ ਕਰਨਾ ਚਾਹਾਂਗੀ, ਉਸ ਤੋਂ ਬਾਅਦ ਬਾਕੀ ਸਵਾਲ ਸ਼ਾਮਿਲ ਕਰਾਂਗੇ। ਜਿਵੇਂ ਆਪਾਂ IELTS ਦੀ ਗੱਲ ਕਰੀਏ, ਅਗਰ ਸਟੂਡੈਂਟ ਕਈ ਇੱਕ ਵਾਰੀ 2 ਵਾਰੀ ਕਰਦੇ ਨੇ, ਅਪੀਅਰ ਹੁੰਦੇ, ਪਰ ਉਹਨਾਂ ਦਾ ਉਹ ਡਿਜ਼ਾਇਰਡ ਸਕੋਰ ਨਹੀਂ ਆ ਪਾਉਂਦਾ, ਤੇ ਜੇ ESL ਕੋਰਸ ਪਹਿਲਾਂ ਉੱਥੇ ਲੈ ਲੈਂਦੇ ਨੇ ਤਾਂ ਫਿਰ ਕੀ ਇਹੋ ਜਿਹੀ ਕੰਡੀਸ਼ਨਸ ਨਹੀਂ ਬਣਦੀਆਂ ਕਿ ਸਟੂਡੈਂਟ ਦੇ ਮਨ ਵਿੱਚ ਇਹ ਸਵਾਲ ਆਵੇ ਕਿ ਜੀ ਮੇਰੇ ਤੋਂ ਉੱਥੋਂ ਉਹਨਾਂ ਸਕੋਰ ਆਏਗਾ ਜਾਂ ਨਹੀਂ ਆਏਗਾ? ਉਹ ਦੁਚਿੱਤੀ ਨਹੀਂ ਬਣਦੀ ਸਟੂਡੈਂਟਸ ਦੇ ਮਨ ਵਿੱਚ, ਜਾਇਜ਼ ਅਗਰ ਬਣਦੀ ਵੀ ਹੋਏਗੀ ਤਾਂ? ਦੇਖੋ ਕੀ ਆ, ਅੱਜ ਪੰਜਾਬ ਦੇ ਜੇ ਆਪਾਂ ਸਟੂਡੈਂਟਸ ਦਾ ਇੱਕ ਸਰਵੇ ਕਰੀਏ ਨਾ, ਪੰਜਾਬ ਦੇ ਵਿੱਚ ਸਿਰਫ 20 ਜਾਂ 10% ਸਟੂਡੈਂਟ ਨੂੰ ਹਿੰਦੀ ਆਉਂਦੀ ਆ, ਬਾਕੀ 70-80% ਬੱਚੇ ਨੂੰ ਹਿੰਦੀ ਨਹੀਂ ਪੜ੍ਹਨੀ ਆਉਂਦੀ ਜਾਂ ਲਿਖਣੀ ਆਉਂਦੀ ਆ। ਏਦਾਂ ਹੀ ਤੁਸੀਂ ਇੰਗਲਿਸ਼ ਦਾ ਕੋਰਸ ਪੜ੍ਹਿਆ, ਤੁਹਾਡੇ ਮੁਲਕ ਦੇ ਵਿੱਚ ਇੰਗਲਿਸ਼ ਲੈਂਗੁਏਜ ਦਾ ਤੁਸੀਂ ਟੀਚਿੰਗ ਆਪ ਲਿੱਤੀ ਆ ਜਾਂ ਉਹਦਾ ਟੈਸਟ ਦਿੱਤਾ, ਬੈਂਡ ਸਕੋਰ ਨਹੀਂ ਇਨਕਰੀਜ਼ ਹੋਇਆ। ਤੁਸੀਂ ਪੜਨ ਦਾ ਵੀਜ਼ਾ ਅਪਲਾਈ ਕੀਤਾ, ਤੁਸੀਂ ਇੰਗਲਿਸ਼ ਪੜਨ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਤੁਸੀਂ ਡਿਪਲੋਮਾ ਡਿਗਰੀ ਚੁਣਿਆ, ਉਹਦੇ ਨਾਲ ਇੰਗਲਿਸ਼ ਸਿੱਖਣ ਦਾ ਕੋਰਸ ਅਪਲਾਈ ਕਰੋ, ਤੁਹਾਨੂੰ ਵੀਜ਼ਾ ਮਿਲੂਗਾ। ਇਹ ਚੀਜ਼ ਸਮਝਣੀ ਜ਼ਰੂਰੀ ਆ। ਜੇ ਉਹਨਾਂ ਨੇ ਕੋਰਸ ਬਣਾਇਆ, ਉਹ ਕਿਸੇ ਰੀਜ਼ਨ ਤੇ ਹੀ ਕੋਰਸ ਬਣਾਇਆ, ਇਹ ਤਾਂ ਹੈ ਨਹੀਂ ਵੀ ਉਹਨਾਂ ਨੇ ਅੱਜ ਕੋਰਸ ਬਣਾਇਆ ਹੈ। ਅੱਜ ਤੋਂ ਕਈ ਸਾਲ ਪਹਿਲਾਂ ਕੋਰਸ ਬਣਿਆ ਪਿਆ ਸੀ, ਕੋਰਸ ਵੱਲ ਕਿਸੇ ਨੇ ਨਿਗਾਹ ਨਹੀਂ ਮਾਰੀ। ਮੈਂ ਤੁਹਾਨੂੰ ਪਹਿਲਾਂ ਵੀ ਕਹਿਣਾ ਕਿ ਸਾਡੀ ਵਰਕਿੰਗ ਇੰਡੀਆ 'ਚ ਨਹੀਂ ਆ, ਸਾਡੀ ਵਰਕਿੰਗ ਕੈਨੇਡਾ ਦੇ ਵਿੱਚ ਹੋ ਰਹੀ ਆ। ਸਾਡੇ ਇਮੀਗ੍ਰੇਸ਼ਨ ਲਾਇਰਸ ਸਾਨੂੰ ਅਸੈਸਮੈਂਟ ਦੇ ਵਿੱਚ ਕੋਰਸ ਪ੍ਰੈਫਰ ਕਰਦੇ ਨੇ, ਤਾਂ ਅਸੀਂ ਅੱਗੇ ਰੀਪ੍ਰੈਜ਼ੈਂਟ ਕਰਦੇ ਹਾਂ ਸਟੂਡੈਂਟਸ ਨੂੰ ਵੀਜ਼ੇ ਦੇ ਲਈ ਇਹ ਕੋਰਸਿਸ, ਕਿਉਂਕਿ ਉੱਥੇ ਦੀ ਗਵਰਨਮੈਂਟ ਨੇ ਕਿਹਾ ਤੁਸੀਂ ਪੜ੍ਹਨ ਦਾ ਵੀਜ਼ਾ ਅਪਲਾਈ ਕਰ ਰਹੇ ਹੋ, ਤੁਹਾਡੇ ਕੋਲ ਲੈਂਗੁਏਜ ਦੀ ਜਿਹੜੀ ਐਲੀਜੀਬਿਲਟੀ ਪੂਰੀ ਨਹੀਂ ਹੋ ਰਹੀ, ਤੁਸੀਂ ਇਹ ਕੋਰਸ ਲੈ ਕੇ ਆ ਜਾਓ ਤਾਂ ਤੁਹਾਨੂੰ ਵੀਜ਼ਾ ਮਿਲੂਗਾ। ਕਿਉਂਕਿ ਜਦੋਂ ਆਪਾਂ ਐਮਬੈਸੀ ਦੀ ਇੱਕ ਆਫੀਸ਼ੀਅਲੀ ਵੈਬਸਾਈਟ ਤੇ ਜਾ ਰਹੇ ਆ, ਉੱਥੇ ਸਿਰਫ ਉਹਨਾਂ ਨੇ ਵੀਜ਼ੇ ਦੀ ਅਪਡੇਟ ਦਿੱਤੀ ਹੋਈ ਆ, ਬਾਕੀ ਜਿਹੜੀ ਡਿਟੇਲਸ ਹੁੰਦੀਆਂ ਨੇ ਤੁਹਾਨੂੰ ਉੱਥੇ ਦੀ ਐਮਬੈਸੀ ਵਿਜ਼ਿਟ ਕਰਕੇ ਹੀ ਪੂਰੀਆਂ ਡਿਟੇਲਸ ਮਿਲਦੀਆਂ। ਉੱਥੇ ਕੋਈ ਆਮ ਪਰਸਨ ਨਹੀਂ ਜਾ ਸਕਦਾ, ਉੱਥੇ ਕੋਈ ਲਾਇਰਸ ਹੀ ਜਾ ਸਕਦਾ, ਉਹ IRCC ਮੈਂਬਰ ਹੀ ਜਾ ਸਕਦੇ ਨੇ, ਤਾਂ ਉਹਨਾਂ ਤੱਕ ਇਹ ਡਿਟੇਲਸ ਪਹੁੰਚਦੀਆਂ ਨੇ। ਪੰਜਾਬ ਦੇ ਵਿੱਚ ਬਹੁਤ ਘੱਟ ਨੇ ਜਿਹੜੇ IRCC ਮੈਂਬਰਸ ਨਾਲ ਕੰਮ ਕਰਦੇ ਪਏ ਨੇ। ਇਹ ਚੀਜ਼ਾਂ ਨੇ, ਇਸ ਕਰਕੇ ਹੀ ਵੀਜ਼ਾ ਮਿਲਦਾ ਨਾ। ਵੀਜ਼ਾ ਮਿਲਣ ਦੇ ਕਾਰਨ ਨੇ, ਵੀਜ਼ਾ ਮਿਲਣ ਦਾ ਕਾਰਨ ਹੈਗਾ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ। ਲਗਾਤਾਰ ਨੰਬਰ ਵੀ ਡਿਸਪਲੇ ਹੋ ਰਿਹਾ, ਦਰਸ਼ਕਾਂ ਨੂੰ ਜ਼ਰੂਰ ਕਹਿਣਾ ਚਾਹਾਂਗੇ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਹੈੱਡਕੁਆਰਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਚੰਗੀ ਸਲਾਹ ਲੈ ਕੇ ਆਪਣੇ ਸਹੀ ਰਸਤੇ ਵੱਲ ਤੁਰਨ ਲਈ ਇੱਕ ਚੰਗਾ ਡਿਸੀਜਨ ਤੁਸੀਂ ਲੈ ਸਕਦੇ ਹੋ। ਪਟਿਆਲਾ ਦੇ ਵਿੱਚ ਇਹਨਾਂ ਦਾ ਆਫਿਸ ਹੈ, ਡਾਕੂਮੈਂਟਸ ਲੈ ਕੇ ਵਿਜ਼ਿਟ ਵੀ ਕਰ ਸਕਦੇ ਹੋ। ਫਿਲਹਾਲ ਆਪਾਂ ਕੈਨੇਡਾ ਬਾਰੇ ਗੱਲ ਕਰ ਰਹੇ ਹਾਂ, ਸੋ ਵੀਜ਼ਾ ਰਿਫਿਊਜ਼ਲ ਦੇ ਰੀਜ਼ਨਸ ਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹਾਂਗੇ ਜ਼ਰੂਰ, ਕਿਉਂਕਿ ਸਟੂਡੈਂਟਸ ਦੇ ਮਨ ਵਿੱਚ ਨਾ ਬਾਰ-ਬਾਰ ਦੇਖ ਕੇ ਕਿ ਕਈਆਂ ਦੀ ਪ੍ਰੋਫਾਈਲ ਦੇਖਦੇ ਆ, ਰਿਫਿਊਜ਼ਲ ਆਂਦੀ, ਮਨ ਤੇ ਇੱਕ ਬੋਝ ਜ਼ਰੂਰ ਪੈ ਜਾਂਦਾ, ਅਸੀਂ ਅਪਲਾਈ ਤਾਂ ਕਰ ਰਹੇ ਹਾਂ ਪਰ ਕੀ ਸਾਡੀ ਰਿਫਿਊਜ਼ਲ ਤਾਂ ਨਹੀਂ ਆ ਜਾਏਗੀ, ਕਿਉਂਕਿ ਅਨਐਕਸਪੈਕਟਿਡ ਮੰਨਿਆ ਜਾ ਰਿਹਾ। ਜਿਸ ਪ੍ਰੋਫਾਈਲ ਨੂੰ ਦੇਖਿਆ ਜਾਂਦਾ ਬੜੀ ਸਟਰੋਂਗ ਹੈ, ਉਸਦਾ ਰਿਫਿਊਜ਼ਲ ਆ ਜਾਂਦਾ, ਜਿਹੜੀ ਦੇਖਦੇ ਆ ਕਿ ਥੋੜੀ ਸ਼ਾਇਦ ਵੀਕ ਹੈ, ਉਸਦਾ ਵੀਜ਼ਾ ਆ ਰਿਹਾ। ਸੋ ਕਿਸ ਤਰੀਕੇ ਨਾਲ ਇਹ ਚੀਜ਼ਾਂ ਹੈ? ਦੇਖੋ ਕੀ ਹੋ ਰਿਹਾ ਮਾਰਕੀਟ ਦੇ ਵਿੱਚ ਨਾ, ਬਹੁਤ ਚੀਜ਼ਾਂ ਚੱਲਦੀਆਂ ਪਈਆਂ ਜੀ। 50,000 ਚ ਤੁਹਾਨੂੰ ਇਹ ਮੁਲਕ ਭੇਜ ਦਾਂਗੇ, 2 ਲੱਖ ਚ ਉਹ ਮੁਲਕ ਚ ਭੇਜ ਦਾਂਗੇ, ਇਦਾਂ ਚ ਵੀਜ਼ੇ ਨਹੀਂ ਆਉਂਦੇ। ਸਟੂਡੈਂਟ ਕਹਿੰਦਾ ਮੇਰੀ ਇੰਨੀ ਅੱਛੀ ਪ੍ਰੋਫਾਈਲ ਆ, ਕਿਉਂ ਨਾ ਮੈਂ ਇਹਨਾਂ ਨੂੰ ਦੇ ਦਾਂ, ਇੰਨੇ ਘੱਟ ਚ ਚੱਲ ਜਾ। ਸੋ ਉਹਦੇ ਨਾਲ ਤੁਹਾਡਾ ਵੀਜ਼ਾ ਨਹੀਂ ਆਉਂਦਾ, ਉਹ ਸਿਰਫ ਇੱਕ ਬਿਜ਼ਨਸ ਆ, ਫਾਈਲਾਂ ਇਕੱਠੀਆਂ ਕਰਨ ਦਾ ਤਰੀਕਾ। ਜਦੋਂ ਤੁਹਾਡਾ ਵੀਜ਼ਾ ਆ ਗਿਆ ਉਦੋਂ ਕਿਹਾ ਜਾਂਦਾ ਇੰਨਾ ਪੈਸਾ ਲੱਗਿਆ, ਦੋ ਠੀਕ ਹੈ, ਉਹ ਫੇਰ ਵੀ ਤੁਸੀਂ ਉਹੀ ਪੈਸਾ ਦੇਣਾ। ਦੇਖੋ ਤੁਸੀਂ 50,000 ਜਾਂ 2 ਲੱਖ ਨੂੰ ਮਲਟੀਪਲਾਈ ਕਰ ਲਓ ਡਾਲਰਾਂ ਚ, $800 $2,000 ਤਾਂ ਕਿਸੇ ਦੀ ਫੀਸ ਵੀ ਨਹੀਂ ਹੈਗੀ, ਉਹ ਕਿੱਦਾਂ ਤੁਹਾਨੂੰ ਵੀਜ਼ਾ ਦੇ ਦੂਗਾ। ਸੋ ਮਾੜੇ ਸਲਾਹਕਾਰ ਮਾੜੀਆਂ ਚੀਜ਼ਾਂ ਨੂੰ ਦੱਸਦੇ ਪਏ ਨੇ, ਉਹਦੇ ਨਾਲ ਬੱਚਾ ਗੁੰਮਰਾਹ ਹੋ ਰਿਹਾ ਅੱਜ ਪੰਜਾਬ ਦਾ। ਬਿਲਕੁਲ ਗੁੰਮਰਾਹ ਹੋ ਕੇ ਸਟੂਡੈਂਟ ਆਪਣੀ ਐਪਲੀਕੇਸ਼ਨ ਦੇ ਦਿੰਦਾ, ਸਾਲ 6 ਮਹੀਨੇ ਉਹਦੀ ਐਪਲੀਕੇਸ਼ਨ ਕੋਈ ਵੀ ਏਜੰਟ ਮੋੜਦਾ ਨਹੀਂ ਆ, ਜਿਸ ਕਰਕੇ ਬੱਚਾ ਬਿਲਕੁਲ ਹੀ ਨਾਰਾਜ਼ ਹੋ ਜਾਂਦਾ। ਜਿਹਦੇ ਪਰਿਵਾਰ ਨੇ ਸੋਚਿਆ ਸੀ ਅੱਜ ਵਿਦੇਸ਼ ਭੇਜਣ ਦਾ, ਉਹ ਕਹਿੰਦਾ ਤੂੰ ਪੰਜਾਬ 'ਚ ਕੋਈ ਕਾਰੋਬਾਰ ਕਰ ਲੈ, ਮੈਂ ਇੰਨਾ ਕਰਜ਼ਾ ਤੇਰਾ ਭਰ ਚੁੱਕਿਆ। ਹੁਣ ਉੱਥੇ ਸਟੂਡੈਂਟ ਨਾਰਾਜ਼ ਹੋ ਗਿਆ।
ਹੁਣ ਕੀ ਆ, ਅੱਜ ਲੋਕਾਂ ਦਾ ਵਿਸ਼ਵਾਸ ਨਹੀਂ ਰਿਹਾ ਕਿਸੇ ਤੇ, ਕਿਉਂਕਿ ਮਾੜੇ ਸਲਾਹਕਾਰ ਨੇ ਮਾੜੇ ਕੰਮ ਕਰਕੇ ਦਿੱਤੇ ਨੇ ਲੋਕਾਂ ਨੂੰ। ਅੱਜ ਉਹ ਕਿਸੇ ਤੇ ਵਿਸ਼ਵਾਸ ਕਰਨ ਦੇ ਲਈ ਬਣੇ ਨਹੀਂ, ਉਹ ਕਹਿੰਦੇ ਅਸੀਂ ਵਿਸ਼ਵਾਸ ਕਰ ਹੀ ਨਹੀਂ ਸਕਦੇ ਕਿਸੇ ਤੇ। ਸੋ ਇਹ ਚੀਜ਼ ਆ ਕਿ ਅੱਜ ਮੈਂ ਤੁਹਾਨੂੰ ਵੀਜ਼ੇ ਦੀ ਇੱਕ ਗਰੰਟੀ ਦਿੰਦਾ, ਵੀਜ਼ੇ ਦੀ ਸਲਾਹ ਦੇ ਰਿਹਾ, ਜਿਹੜੀ ਤੁਹਾਨੂੰ ਸਲਾਹ ਦੇ ਰਿਹਾ, ਜੋ ਚੀਜ਼ਾਂ ਤੁਹਾਨੂੰ ਦੱਸ ਰਿਹਾ, ਤੁਸੀਂ ਉਹਨੂੰ ਆਫੀਸ਼ੀਅਲੀ ਵੈਬਸਾਈਟ ਦੇ ਉੱਤੇ ਸਰਚ ਕਰਕੇ ਜਾਣ ਸਕਦੇ ਹੋ ਕਿ ਇਹ ਸੱਚਾਈ ਹੈ ਜਾਂ ਇਹ ਝੂਠ ਆ ਜੀ। ਸੋ ਗੱਲਾਂ ਬਹੁਤ ਹੁੰਦੀਆਂ ਨੇ, ਬਟ ਲੋਕੀ ਇਸ ਚੀਜ਼ ਨੂੰ ਸਮਝਦੇ ਨਹੀਂ। ਆਪਣੇ ਪੰਜਾਬੀਆਂ 'ਚ ਇੱਕ ਖਾਸੀਅਤ ਆ ਕਿ ਆਪਾਂ ਵਿਸ਼ਵਾਸ ਬਹੁਤ ਛੇਤੀ ਕਰ ਲੈਂਦੇ ਆ, ਵੀ ਕਹਿਤਾ ਤਾਂ ਠੀਕ ਹੈ ਜੀ ਹੋ ਜਾਊਗਾ, ਬਟ ਤੁਸੀਂ ਵਿਸ਼ਵਾਸ ਕਰ ਰਹੇ ਹੋ, ਵਿਸ਼ਵਾਸ ਕਰਨ ਤੋਂ ਪਹਿਲਾਂ ਉਹ ਚੀਜ਼ ਨੂੰ ਚੈੱਕ ਕਰੋ ਜਿਹੜੀ ਚੀਜ਼ ਦੇ ਵਿੱਚ ਤੁਹਾਨੂੰ ਭੇਜਿਆ ਜਾਂਦਾ। ਅੱਜ ESL ਵੀਜ਼ਾ ਦੇ ਰਿਹਾ ਕੈਨੇਡਾ ਦੇ ਵਿੱਚ, ਜਿਨ੍ਹਾਂ ਦੇ ਬੈਂਡ ਘੱਟ ਆ, ਬਟ ਸਟੂਡੈਂਟਸ ਉੱਥੇ ਜਾਣਾ ਚਾਹੁੰਦਾ ਹੀ ਨਹੀਂ ਆ। ਸੋ ਕੀ ਆ, ਮਾੜੇ ਸਲਾਹਕਾਰਾਂ ਨੇ ਉਹਨਾਂ ਦੇ ਦਿਮਾਗ, ਉਹਨਾਂ ਨੂੰ ਗੁੰਮਰਾਹ ਕਰਤਾ, ਜਿਹਦੇ ਨਾਲ ਉਹ ਉੱਦਾਂ ਹੀ ਲੱਗੇ ਹੋਏ ਨੇ, ਕਦੇ ਆਇਲਸ ਕਰ ਲਈ, ਕਦੇ PT ਕਰ ਲਈ, ਫਿਰ ਉਹ ਫਾਈਲ ਨੈਗੇਟਿਵ ਬਣ ਗਈ ਆ, ਜਿਹਦੇ ਕਰਕੇ ਬੱਚਾ ਗੁੰਮਰਾਹ ਹੋ ਕੇ ਵੀਜ਼ੇ ਦੇ ਮੁਕਾਮ ਤੱਕ ਨਹੀਂ ਪਹੁੰਚ ਰਿਹਾ। ਅੱਜ ਜਿਹੜੇ ਬੱਚੇ ਨੇ ਵੀਜ਼ਾ ਲੈਣਾ, ਉਹਨੂੰ ਵੀਜ਼ਾ ਮਿਲਦਾ ਪਿਆ ਕੈਨੇਡਾ ਦਾ, 3 ਮਹੀਨੇ ਪਹਿਲਾਂ ਐਪਲੀਕੇਸ਼ਨ ਲਾਓ, ਐਮਬੈਸੀ ਦੇ ਵਿੱਚ ਇਨਟੇਕ 'ਚ ਤੁਹਾਨੂੰ ਵੀਜ਼ਾ ਮਿਲੂਗਾ। ਰਿਕੁਆਇਰਮੈਂਟ ਪੂਰੀ ਹੁੰਦੀ ਆ, ਉਹਦੇ ਪੂਰੀ ਕਰਨ ਦੇ ਲਈ ਉਹਨੂੰ ਤੁਸੀਂ ਨਹੀਂ ਕਰਨਾ, ਤੁਹਾਡੇ ਏਜੰਟ ਨੇ ਪੂਰੀ ਕਰਨਾ। ਤੁਸੀਂ ਆਇਲ 'ਚ 5.5 ਬੈਂਡ ਲੈ ਲਿਆ, +2 'ਚ ਤੁਹਾਡੇ ਇੰਨੇ ਨੰਬਰ ਆ ਤੁਹਾਡਾ ਫੈਮਿਲੀ ਬੈਕਗ੍ਰਾਉਂਡ ਹੈ, ਤੁਸੀਂ ਫਾਈਲ ਦਿਓ, ਉਹ ਰੀਪ੍ਰੈਜ਼ੈਂਟ ਕਰੂਗਾ, ਤੁਸੀਂ ਰੀਪ੍ਰੈਜ਼ੈਂਟ ਨਹੀਂ ਕਰੋਗੇ। ਅੱਜ ਕੀ ਹੋ ਰਿਹਾ, ਕੰਪਨੀਆਂ ਸਟੂਡੈਂਟਸ ਨੂੰ ਕਹਿ ਰਹੀਆਂ ਤੇਰੀ ਰਿਕੁਆਇਰਮੈਂਟ ਨਹੀਂ ਪੂਰੀ ਆ, ਤੂੰ ਰਿਕੁਆਇਰਮੈਂਟ ਪੂਰੀ ਕਰਕੇ ਆ, ਤੈਨੂੰ ਫਿਰ ਵੀਜ਼ਾ ਮਿਲੂਗਾ। ਦੇਖੋ ਸਾਡਾ ਕਾਰੋਬਾਰ ਆ ਵੀਜ਼ਾ ਲੈ ਕੇ ਦੇਣ ਦਾ, ਜਿੱਦਾਂ ਦੀ ਵੀ ਫਾਈਲ ਆਂਦੀ ਆ ਉਹਨੂੰ ਰੀਪ੍ਰੈਜ਼ੈਂਟ ਕਰਦੇ ਆ, ਵੀਜ਼ਾ ਲੈ ਕੇ ਦਿੰਦੇ ਆ। 5.5 ਲਈ ESL ਘੱਟ % ਆ, ਉਹਦੇ ਲਈ ਘੱਟ ਕੋਰਸਿਸ ਨੇ, ਘੱਟ ਫੀਸ ਵਾਲੇ ਕਾਲਜ ਵੀ ਨੇ, ਵੱਧ ਫੀਸ ਵਾਲੇ ਵੀ ਕਾਲਜਿਸ ਨੇ। ਜਿਹੜੀ ਪ੍ਰੋਵਿੰਸ 'ਚ ਤੁਹਾਨੂੰ ਵੀਜ਼ਾ ਮਿਲ ਰਿਹਾ, ਉਸ ਪ੍ਰੋਵਿੰਸ 'ਚ ਤੁਹਾਨੂੰ ਭੇਜੀਦਾ, ਜਿੱਥੋਂ ਨਹੀਂ ਵੀਜ਼ਾ ਮਿਲਦਾ ਪਿਆ, ਅੱਜ ਤੁਹਾਨੂੰ ਉੱਥੇ ਨਹੀਂ ਅਸੀਂ ਭੇਜ ਸਕਦੇ। ਅੱਜ ਕਿਊਬੈਕ ਆ, ਉਹ ਵੈਲਕਮ ਕਰਦਾ ਪਿਆ ਪੰਜਾਬ ਦੇ ਸਟੂਡੈਂਟਸ ਦਾ, ਕਹਿੰਦਾ ਤੁਸੀਂ ਆਓ, ਆਇਲਸ 'ਚ 5.5 ਬੈਂਡ ਹੈ, ਇੱਥੇ ਆ ਕੇ ਫ੍ਰੈਂਚ ਪੜ੍ਹੋ, ਤੁਹਾਨੂੰ ਵੀਜ਼ਾ ਦਵਾਂਗਾ ਮੈਂ। ਜੇ ਤੁਸੀਂ ਫ੍ਰੈਂਚ ਨਹੀਂ ਪੜੋਗੇ ਤੁਹਾਨੂੰ ਵੀਜ਼ਾ ਨਹੀਂ ਮਿਲਣਾ, ਕਿਉਂਕਿ ਸਟੂਡੈਂਟਸ ਕਿਊਬੈਕ ਜਾ ਤਾਂ ਰਿਹਾ, ਉਹ ਫ੍ਰੈਂਚ ਕੋਰਸ ਨਹੀਂ ਸਿਲੈਕਟ ਕਰ ਰਿਹਾ। ਤੁਸੀਂ ਇੱਥੋਂ ਹੀ ਪੰਜਾਬ ਤੋਂ ਹੀ ਫ੍ਰੈਂਚ ਕੋਰਸ ਸਿਲੈਕਟ ਕਰਕੇ ਜਾਓ, $800 ਮਹੀਨੇ ਦਾ ਲਓ, ਨਾਲੇ 3 ਸਾਲ 'ਚ PR ਹੋ। 3 ਮਹੀਨੇ ਪਹਿਲਾਂ ਕਿਊਬੈਕ ਗਵਰਨਮੈਂਟ ਨੂੰ ਐਪਲੀਕੇਸ਼ਨ ਦਿਓ ਆਪਣੀ, ਤੁਹਾਨੂੰ ਵੀਜ਼ਾ ਮਿਲੂਗਾ ਇਨਟੇਕ ਤੋਂ ਪਹਿਲਾਂ। ਸਮਝ ਹੀ ਨਹੀਂ ਰਿਹਾ ਅੱਜ ਪੰਜਾਬ ਦਾ ਕੋਈ ਵੀ ਸਟੂਡੈਂਟਸ ਇਹ ਗੱਲਾਂ ਨੂੰ। ਜੀ ਬਿਲਕੁਲ, ਜਿਵੇਂ ਤੁਸੀਂ ਕਿਊਬਿਕ ਦੀ ਗੱਲ ਕੀਤੀ ਹੈ, ਤੇ ਅਗਰ ਮੈਂ ਜਾਣਨਾ ਚਾਹੂੰਗੀ ਕਿ ਅਸੀਂ ਸਾਰੇ ਜਾਣਦੇ ਹਾਂ ਜੋ ਖਾਸ ਥਾਵਾਂ ਹੁੰਦੀਆਂ ਕੈਨੇਡਾ ਦੀਆਂ, ਜ਼ਿਆਦਾਤਰ ਫਾਈਲਸ ਉੱਥੇ ਲੱਗ ਜਾਂਦੀਆਂ, ਰਸ਼ ਉੱਥੇ ਇੰਨਾ ਜਾਂਦਾ ਹੋ ਜਾਂਦਾ ਕਿ ਫਿਰ ਰਿਫਿਊਜ਼ਲਸ ਵੀ ਤਾਂ ਆਉਣਗੇ ਨਾ, ਅਗਰ ਜ਼ਿਆਦਾ ਫਾਈਲਸ ਲੱਗ ਜਾਣਗੀਆਂ। ਤਾਂ ਕਿਹੜੇ ਪ੍ਰੋਵਿੰਸ ਦੇ ਵਿੱਚ ਅੱਜ ਦੇ ਸਮੇਂ 'ਚ ਸਟੂਡੈਂਟ ਨੂੰ ਅਪਲਾਈ ਕਰਨਾ ਚਾਹੀਦਾ, ਜਿੱਥੇ ਆਪਾਂ ਸੋਚੀਏ ਕਿ ਹਲੇ ਉੱਥੇ ਫਾਈਲਿੰਗ ਘੱਟ ਹੈ, ਸਟੂਡੈਂਟ ਫਾਈਲ ਲਗਾਉਣਗੇ ਤਾਂ ਉਹਨਾਂ ਨੂੰ ਬੈਨੀਫਿਟ ਹੋ ਸਕਦਾ, ਵੀਜ਼ਾ ਆ ਸਕਦਾ? ਦੇਖੋ ਪੰਜਾਬ ਦਾ ਸਟੂਡੈਂਟ ਕੈਨੇਡਾ ਦੇ ਵਿੱਚ ਸੈਟਲ ਹੋਣ ਜਾ ਰਿਹਾ। ਹਾਂਜੀ, ਜੇ ਆਪਾਂ ਕੈਨੇਡਾ ਦੇ ਪ੍ਰੋਵਿੰਸ ਦੀ ਗੱਲ ਕਰੀਏ ਤਾਂ ਉੱਥੇ ਲੋਕੇਸ਼ਨ ਜਾਂ ਕੰਮਕਾਰ ਦਾ ਫਰਕ ਹੈਗਾ, ਬਟ ਡਾਲਰ ਰੇਟ ਤਾਂ ਉਹੀ ਆ ਨਾ। ਕੈਨੇਡਾ 60-62 ਰੁਪਏ ਚੱਲਦਾ, ਚਾਹੇ BC ਚੱਲ ਜਾਓ, ਚਾਹੇ ਕਿਊਬਿਕ ਚੱਲ ਜਾਓ, ਕਰੰਸੀ ਤਾਂ ਉਹੀ ਰਹਿਣੀ ਆ। ਸੈਟਲ ਹੋਣ ਚੱਲੇ ਆ, ਚਾਹੇ ਤੁਸੀਂ 2 ਸਾਲ ਇੱਥੇ ਪੜ੍ਹ ਲਓ, 3 ਸਾਲ ਕੰਮ ਕਿਤੇ ਹੋਰ ਕਰ ਲਓ ਜਾ ਕੇ। ਇਹ ਚੀਜ਼ਾਂ ਤੁਹਾਨੂੰ ਸਮਝਣੀਆਂ ਪੈਣੀਆਂ। ਜੋ ਪਟਿਆਲੇ ਤੋਂ ਚੰਡੀਗੜ੍ਹ ਬੱਚਾ ਪੜ੍ਹਨ ਜਾ ਰਿਹਾ, ਫਿਰ ਉੱਥੋਂ ਪੜ੍ਹ ਕੇ ਪਟਿਆਲੇ ਕੰਮ ਕਰਦਾ ਨਾ ਅੱਗੇ। ਸੋ ਏਦਾਂ ਹੀ ਤੁਸੀਂ ਕਿਊਬਿਕ ਦੇ ਵਿੱਚ ਜਾਓ, ਉਸ ਤੋਂ ਬਾਅਦ ਮੂਵ ਹੋ ਜਾਓ, ਜਾਂ ਕਿਸੇ ਹੋਰ ਲੋਕੇਸ਼ਨ 'ਚ ਚੱਲ ਜਾਓ, ਉਸ ਤੋਂ ਬਾਅਦ ਮੂਵ ਹੋ ਸਕਦੇ ਹੋ ਤੁਸੀਂ। ਪਹਿਲਾਂ ਤੁਸੀਂ ਵੀਜ਼ਾ ਹਾਸਿਲ ਕਰੋ, ਉੱਥੇ ਜਾਣ ਦੀ ਐਂਟਰੀ ਲਓ। ਜਦੋਂ ਤੁਹਾਡੇ ਕੋਲ ਉੱਥੇ ਜਾਣ ਦਾ ਵੀਜ਼ਾ ਹੋਊਗਾ ਤਾਂ ਤੁਸੀਂ ਬਾਅਦ 'ਚ ਜਾ ਕੇ ਕੁਝ ਵੀ ਚੇਂਜ ਕਰ ਸਕਦੇ ਹੋ। ਮੈਨੂੰ ਦੱਸੋ, ਮੈਂ ਚੇਂਜ ਕਰਕੇ ਦੂੰਗਾ। ਮੇਰਾ ਕਾਰੋਬਾਰ ਆ, ਜੋ ਤੁਸੀਂ ਕਹਿੰਦੇ ਹੋ ਤੁਹਾਨੂੰ ਕੀਤਾ ਜਾਊਗਾ, ਬਟ ਪਹਿਲਾਂ ਵੀਜ਼ਾ ਲੈਣ ਦੇ ਲਈ ਮੇਰੇ ਨਾਲ ਸਹਿਮਤ ਹੋ। ਜਿਹੜੀਆਂ ਕੰਡੀਸ਼ਨਸ ਨੂੰ ਮੈਂ ਦੱਸ ਰਿਹਾ ਉਹਨੂੰ ਪੂਰੀ ਕਰੋ, ਜੋ ਚੀਜ਼ਾਂ ਮੈਂ ਦੱਸੀਆਂ ਉਹਦੇ ਨੂੰ ਫੋਲੋ ਕਰੋ, ਤੁਹਾਨੂੰ ਵੀਜ਼ਾ ਮਿਲੂਗਾ। ਅੱਜ ਵੀਜ਼ਾ ਨਾ ਆਉਣ ਦਾ ਕਾਰਨ ਖੁਦ ਆਪਾਂ ਬਣੇ ਹੋਏ ਆ। ਇੱਕ ਸਲਾਹਕਾਰ ਮਾੜੀ ਸਲਾਹ ਦੇ ਰਿਹਾ, ਆਪਾਂ ਜ਼ਿੱਦ ਤੇ ਅੜ ਗਏ ਆ ਜੀ, ਉਦੋਂ ਵੀਜ਼ਾ ਨਹੀਂ ਹੋ ਰਿਹਾ। ਜਿਹੜਾ ਚੰਗਾ ਸਲਾਹਕਾਰ ਆ ਉਹਨੂੰ ਤੁਸੀਂ ਚੁਣ ਹੀ ਨਹੀਂ ਰਹੇ। ਚੰਗੇ ਸਲਾਹਕਾਰ ਨੂੰ ਚੁਣਨ ਦੇ ਲਈ ਪਹਿਲਾਂ ਤੁਸੀਂ ਉਹਦੀਆਂ ਗੱਲਾਂ ਨੂੰ ਸੁਣੋ, ਸਮਝੋ, ਫਿਰ ਉਹਦੇ ਤੇ ਰਿਸਰਚ ਕਰੋ, ਫਿਰ ਤੁਹਾਨੂੰ ਵੀਜ਼ਾ ਮਿਲੂਗਾ। 40,000 50,000 ਚ ਵੀਜ਼ੇ ਨਹੀਂ ਲੱਗਦੇ ਹੁੰਦੇ। ਸੋ ਇਹ ਚੀਜ਼ਾਂ ਤੋਂ ਤੁਸੀਂ ਗੁੰਮਰਾਹ ਹੋ ਰਹੇ ਹੋ।
ਵੀਜ਼ਾ ਲੈਣ ਦੇ ਲਈ ਪਹਿਲਾਂ ਦੇਖੋ ਕਿੰਨਾ ਬਜਟ ਬਣਦਾ ਪਿਆ, ਕਿੰਨੀ ਉਹ ਤੁਹਾਡੇ ਤੋਂ ਫੀਸ ਮੰਗਦਾ ਪਿਆ, ਕੀ ਉਹ ਸਹੀ ਰੇਟ ਆ ਕਿ ਨਹੀਂ ਰੇਟ ਆ ਜੀ। ਬਿਲਕੁਲ। ਇੱਕ ਹੋਰ ਚੀਜ਼ ਜਾਣਨਾ ਚਾਹੂੰਗੀ, ਕੈਨੇਡਾ ਜਿਹੜੇ ਸਟੂਡੈਂਟਸ ਅਪਲਾਈ ਕਰਨਾ ਚਾਹ ਰਹੇ ਨੇ, ਕਿ ਜਿਹੜੇ ਡਿਪਲੋਮਾ 'ਚ ਅਪਲਾਈ ਕਰਨਾ ਚਾਹ ਰਹੇ ਨੇ ਜਾਂ ਡਿਗਰੀ ਲਈ ਅਪਲਾਈ ਕਰਨਾ ਚਾਹ ਰਹੇ, ਕੀ ਸਪੈਸੀਫਿਕ ਕੋਈ ਇਨਟੇਕਸ ਵੀ ਇਹਨਾਂ ਦੇ ਉੱਪਰ ਕਿ ਡਿਪਲੋਮਾ ਵਾਲੇ ਇਹ ਵਾਲੇ ਇਨਟੇਕ ਨੂੰ ਜ਼ਿਆਦਾ ਪ੍ਰੈਫਰ ਕਰਨ ਜਾਂ ਡਿਗਰੀ ਵਾਲੇ ਫਲਾਣੇ ਇਨਟੇਕ ਨੂੰ ਜ਼ਿਆਦਾ ਪ੍ਰੈਫਰ ਕਰਨ? ਦੇਖੋ ਐਦਾਂ ਦਾ ਕੁਝ ਨਹੀਂ ਆ, ਕੈਨੇਡਾ ਦੇ ਵਿੱਚ 3 ਇਨਟੇਕ ਨੇ, ਜਨਵਰੀ, ਮਈ, ਸਤੰਬਰ ਜੀ। ਇਹ ਬਹੁਤ ਵੱਡੇ ਇਨਟੇਕਸ ਹੁੰਦੇ ਨੇ, ਇਹਨਾਂ 'ਚ ਹਰ ਇੱਕ ਸਟੂਡੈਂਟ ਜਾ ਸਕਦਾ। ਦੇਖੋ +2 ਦਾ ਰਿਜ਼ਲਟ ਆਇਆ ਮਈ ਜੂਨ 'ਚ ਰਿਜ਼ਲਟ ਆਇਆ, ਉਹ ਸਤੰਬਰ ਅਪਲਾਈ ਕਰ ਸਕਦਾ। ਜਿਹਨੇ ਹਜੇ ਆਇਲਸ ਨਹੀਂ ਕੀਤੀ ਉਹ ਜਨਵਰੀ ਅਪਲਾਈ ਕਰ ਸਕਦਾ। ਜਿਹਨੇ ਹਜੇ ਡਿਗਰੀ ਪਾਸ ਕੀਤੀ ਆ ਉਹ ਇਨਟੇਕ ਕਰ ਸਕਦਾ, ਕਿਉਂਕਿ ਡਿਗਰੀ ਵਾਲੇ ਦੇ ਵੀ ਸਤੰਬਰ ਜਾਂ ਅਗਸਤ 'ਚ ਰਿਜ਼ਲਟ ਆਉਂਦੇ ਨੇ, ਉਹ ਅੱਗੇ ਜਨਵਰੀ ਅਪਲਾਈ ਕਰ ਸਕਦੇ ਨੇ। ਦੇਖੋ ਇਨਟੇਕਸ ਹਰ ਇੱਕ ਕਾਲਜ ਯੂਨੀਵਰਸਿਟੀ ਦੇ ਸੇਮ ਹੁੰਦੇ ਨੇ, ਬਟ ਤੁਹਾਡੀ ਵੀਜ਼ੇ ਦੀ ਰਿਕੁਆਇਰਮੈਂਟ ਕਿੱਥੇ ਬਣਦੀ ਵੀ ਹੈ ਤੁਹਾਨੂੰ ਉਹ ਵੇਖਣਾ ਪੈਂਦਾ। ਅੱਜ 90% ਬੱਚਾ ਡਿਪਲੋਮੇ ਦੇ ਚੱਲੇ ਆ ਜੀ, ਡਿਗਰੀ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ। ਯੂਨੀਵਰਸਿਟੀਆਂ 'ਚ ਕੋਈ ਵੜਨਾ ਨਹੀਂ ਚਾਹੁੰਦਾ, ਕਿਉਂਕਿ ਯੂਨੀਵਰਸਿਟੀਆਂ 3-4 ਦਿਨ ਪੜ੍ਹਾਉਂਦੀਆਂ ਨੇ, ਕਾਲਜ ਪੜ੍ਹਾਉਂਦੇ ਨੇ 2 ਦਿਨ। ਸੋ ਇਹ ਚੀਜ਼ਾਂ ਤੁਸੀਂ ਦੇਖ ਰਹੇ ਹੋ, ਸੋ ਸਮਝਦੇ ਨੇ। ਜਦੋਂ ਆਪਣਾ ਬੱਚਾ ਆਪਣੇ ਨਾਲ ਚਲਾਕੀਆਂ ਕਰਦਾ, ਆਪਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਸਾਡੇ ਨਾਲ ਚਲਾਕੀਆਂ ਚੱਲਦਾ ਪਿਆ। ਅੱਜ ਤੁਸੀਂ ਜਿਹੜੇ ਮੁਲਕ 'ਚ ਚੱਲਦੇ ਪਏ ਹੋ ਉੱਥੇ ਤੁਸੀਂ ਚਲਾਕੀਆਂ ਕਰ ਰਹੇ ਹੋ, ਉਹ ਬਹੁਤ ਸਮਝਦਾਰ ਨੇ, ਉਹਨਾਂ ਨੇ ਤੁਹਾਨੂੰ ਐਂਟਰੀਆਂ ਤਾਂ ਨਹੀਂ ਦੇ ਰਹੇ ਹੋ, ਉਹ ਵੀਜ਼ੇ ਤਾਂ ਨਹੀਂ ਦੇ ਰਹੇ ਕਿਉਂਕਿ ਤੁਸੀਂ ਉਹਨਾਂ ਦਾ ਇਹਨਾਂ ਲਾਇਲ ਨਹੀਂ ਚੱਲਦੇ ਪਏ, ਸੱਚ ਹੀ ਨਹੀਂ ਦੱਸਦੇ ਪਏ। ਜੋ ਚੀਜ਼ਾਂ ਤੁਹਾਨੂੰ ਨਹੀਂ ਚਾਹੀਦੀਆਂ ਤੁਸੀਂ ਉਹ ਚੁਣ ਬੈਠੇ ਹੋ, ਜਿਹੜੀਆਂ ਚੀਜ਼ਾਂ ਤੁਹਾਨੂੰ ਚਾਹੀਦੀਆਂ ਸੀ ਤੁਸੀਂ ਉਹ ਚੁਣੀਆਂ ਨਹੀਂ ਆ, ਤਾਂ ਤੁਹਾਨੂੰ ਵੀਜ਼ੇ ਨਹੀਂ ਮਿਲਦੇ। ਅੱਜ ਯੂਨੀਵਰਸਿਟੀ ਦੇ ਵਿੱਚ ਪੰਜਾਬ ਦਾ ਬਹੁਤ ਘੱਟ ਬੱਚਾ, ਗਿਣ ਕੇ 50 ਜਾਂ 40 ਬੱਚੇ ਹੋਣਗੇ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਪਹਿਲਾਂ ਗਏ ਹੋਏ ਨੇ। ਅੱਜ ਨਵਾਂ ਬੱਚਾ ਡਿਪਲੋਮੇ ਦੇ ਚੱਕਰਾਂ ਦੇ ਵਿੱਚ ਕਾਲਜਾਂ 'ਚ ਧੱਕੇ ਖਾ ਰਿਹਾ, ਉਹ ਕਾਲਜਿਸ ਉਹਨਾਂ ਨੂੰ ਵੀਜ਼ੇ ਨਹੀਂ ਦੇ ਰਹੇ ਕਿਉਂਕਿ ਅਗਲਿਆਂ ਕੋਲ ਸੀਟਾਂ ਹੀ ਫੁੱਲ ਨੇ, ਉਹ ਕਿੱਦਾਂ ਵੀਜ਼ੇ ਦੇ ਦੇਣਗੇ। ਸੋ ਇਹ ਚੀਜ਼ਾਂ ਨੂੰ ਸਮਝਣਾ ਤੇ ਪਰਖਣਾ ਪੈਂਦਾ ਹੁੰਦਾ, ਤਾਂ ਵੀਜ਼ੇ ਦੇ ਮੁਕਾਮ ਤੱਕ ਪਹੁੰਚਾਇਆ ਜਾਂਦਾ, ਕਿਉਂਕਿ ਸਹੀ ਸਲਾਹਕਾਰ ਤੁਹਾਨੂੰ ਸਹੀ ਰਾਹ ਦਿਖਾਊਗਾ, ਤੇ ਜਦੋਂ ਸਹੀ ਰਾਹ ਤੁਸੀਂ ਦੇਖੋਗੇ ਸਮਝੋਗੇ ਫਿਰ ਤੁਸੀਂ ਉਸ ਵੀਜ਼ੇ ਦੇ ਮੁਕਾਮ ਤੱਕ ਪਹੁੰਚੋਗੇ। ਬਿਲਕੁਲ। ਸੋ ਸਹੀ ਰਸਤੇ ਤੇ ਚੱਲ ਕੇ ਹੀ ਤੁਸੀਂ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰਿਆ ਕਰੋ। ਸੋ ਆਪਾਂ ਲਗਾਤਾਰ ਜਿਵੇਂ ਗੱਲ ਕਰਦੇ ਹਾਂ ਕਿ ਚੰਗੇ ਕੰਸਲਟੈਂਟ ਦੀ ਚੋਣ ਹੋਣੀ ਤਾਂ ਜ਼ਰੂਰੀ ਹੀ ਹੈ, ਨਾਲ ਦੀ ਨਾਲ ਜਿਵੇਂ ਆਪਾਂ ਚਾਹੇ ਕੈਨੇਡਾ ਦੀ ਗੱਲ ਕਰਦੇ ਹਾਂ, ਗੈਪ ਜਸਟੀਫਾਈ ਕਰਨ ਦੀ ਗੱਲ ਕਰਦੇ ਹਾਂ, ਤਾਂ ਜੈਨੂਇਨ ਚੀਜ਼ਾਂ ਹੀ ਜੋ ਹੈ ਰਿਪਰੈਜ਼ੈਂਟ ਕਰਿਆ ਕਰੋ। ਆਸਟ੍ਰੇਲੀਆ ਦੀ ਗੱਲ ਕਰਦੇ ਹਾਂ ਤਾਂ ਅਸੀਂ ਪਿੱਛੇ ਦੇਖੀਆਂ ਚੀਜ਼ਾਂ ਸੁਣੀਆਂ ਕਿ ਬਹੁਤ ਫਰਾਡ ਡਾਕੂਮੈਂਟਸ ਲੱਗ ਰਹੇ ਨੇ, ਜਿਸ ਕਰਕੇ ਅੰਬੈਸੀ ਜੋ ਹੈ ਫਿਰ ਥੋੜੀ ਸਖਤ ਹੁੰਦੀ ਜਾਂਦੀ ਹੈ, ਔਰ ਉਹ ਸਾਡੇ ਹੀ ਆਪਣੇ ਹੀ ਰੀਜ਼ਨਸ ਹੁੰਦੇ ਨੇ ਕਿ ਅਸੀਂ ਖੁਦ ਦੇ ਲਈ ਮਾਹੌਲ ਇਹਨਾਂ ਸਟ੍ਰਿਕਟ ਬਣਵਾ ਲੈਂਦੇ ਹਾਂ ਕਿ ਸਿਰਫ ਅਸੀਂ ਨਹੀਂ, ਆਉਣ ਵਾਲੇ ਜਿਹੜੇ ਅੱਗੋਂ ਹੋਰ ਬੱਚਿਆਂ ਨੇ ਵੀ ਜਾਣਾ ਹੁੰਦਾ ਉਹਨਾਂ ਲਈ ਵੀ ਮਾਹੌਲ ਬੜਾ ਸਟ੍ਰਿਕਟ ਹੋ ਜਾਂਦਾ। ਸੋ ਫਿਲਹਾਲ ਮੈਂ ਕੈਨੇਡਾ ਦਾ ਇੱਕ ਸਿਰਫ ਕੁਐਸਚਨ ਹੋਰ ਇਹ ਕਰਨਾ ਚਾਹੂੰਗੀ ਕਿ ਹੁਣ ਜਿਹੜੇ ਸਟੂਡੈਂਟ ਰੀਸੈਂਟ ਪਾਸ ਆਊਟ ਸਟੂਡੈਂਟਸ ਨੇ ਅਪਲਾਈ ਕਰਨ ਬਾਰੇ ਸੋਚ ਰਹੇ ਨੇ, ਕਿਹੜੀ ਚੀਜ਼ਾਂ ਔਰ ਵੱਲ ਧਿਆਨ ਦੇਣ, ਔਰ ਅਗਰ ਆਪਾਂ ਕੋਰਸ ਸਿਲੈਕਸ਼ਨ ਦੀ ਗੱਲ ਕਰੀਏ, SOP ਦੀ ਗੱਲ ਕਰੀਏ, ਤਾਂ ਖੁਦ ਸਟੂਡੈਂਟ ਨੂੰ ਕਿੰਨਾ ਕੁ ਪਾਰਟ ਲੈਣਾ ਉਹਦੇ ਵਿੱਚ ਜ਼ਰੂਰੀ ਹੈ ਤੇ ਕਿਵੇਂ ਉਹ ਵੀ ਫੋਕਸ ਕਰਕੇ ਸਹੀ ਚੀਜ਼ਾਂ ਕਰ ਸਕਣ? ਦੇਖੋ ਸਭ ਤੋਂ ਪਹਿਲਾਂ ਜਿਹਦੀ ਅੱਛੀ ਪ੍ਰੋਫਾਈਲ ਆ ਉਹਨੂੰ ਕਿਹਾ ਜਾਂਦਾ SOP ਤੂੰ ਰੈਡੀ ਕਰਕੇ ਦੇਂਗਾ, ਤੂੰ ਆਪਣਾ ਮੈਂਸ਼ਨ ਕਰ। ਦੇਖੋ ਜਿਹੜੇ ਬੱਚੇ ਨੇ ਹਜੇ ਆਇਲਸ ਕੀਤੀ ਆ ਉਹ ਕਿੱਦਾਂ SOP ਰੈਡੀ ਕਰ ਦੂਗਾ? SOP ਇੱਕ ਪਾਰਟ ਹੋ ਗਿਆ ਫਾਈਲ ਦਾ, ਜਿਹਦੇ ਵਿਹਾਰ ਤੇ ਤੁਹਾਨੂੰ ਵੀਜ਼ਾ ਮਿਲਣਾ, ਜਿਹਦੇ ਵਿੱਚ ਤੁਸੀਂ ਕਨਵਿੰਸ ਕਰਨਾ, ਉਹੀ ਅੱਜ ਕੰਪਨੀਆਂ ਸਟੂਡੈਂਟ ਤੋਂ ਰੈਡੀ ਕਰਵਾ ਰਹੀਆਂ ਨੇ। ਬਾਅਦ ਦੇ ਵਿੱਚ ਕਹਿ ਦੇਣਾ ਜੀ SOP ਤਾਂ ਤੁਸੀਂ ਰੈਡੀ ਕੀਤੀ ਸੀ, ਇਸ ਕਰਕੇ ਵੀਜ਼ਾ ਰਿਫਿਊਜ਼ ਹੋ ਗਿਆ, ਤੁਹਾਡੀ SOP ਨਹੀਂ ਵੇਕ ਸੀਗੀ। ਸੋ ਇਹ ਚੀਜ਼ਾਂ ਤੁਹਾਨੂੰ ਵੀਜ਼ੇ ਦੇ ਮੁਕਾਮ ਤੱਕ ਨਹੀਂ ਪਹੁੰਚਾ ਰਹੀਆਂ। ਤੁਸੀਂ ਮੈਨੂੰ ਆਪਣੇ ਡਾਕੂਮੈਂਟ ਦੇਣੇ ਆ, ਜਿਹੜਾ ਕਾਲਜ ਕੋਰਸ ਮੈਂ ਦੇ ਰਿਹਾ ਉਹਦੇ 'ਚ ਤੁਹਾਨੂੰ ਵੀਜ਼ਾ ਲੈ ਕੇ ਦਊਂਗਾ। ਬਾਅਦ ਦੇ ਵਿੱਚ ਜੋ ਚੇਂਜ ਕਰਨਾ ਚਾਹੁੰਦੇ ਹੋ ਤੁਸੀਂ ਕਰ ਸਕਦੇ ਹੋ, ਤੁਹਾਨੂੰ ਉੱਥੇ ਗਵਰਨਮੈਂਟ ਇਜਾਜ਼ਤ ਦਿੰਦੀ ਹੈ ਚੇਂਜ ਕਰਨ ਦੀ। ਠੀਕ ਹੈ ਜੀ। ਸੋ SOP ਤੋਂ ਲੈ ਕੇ ਫਾਈਲ ਰੀਪ੍ਰੈਜ਼ੈਂਟ ਉਹ ਮੈਂ ਕਰਨੀ ਆ, ਮੇਰੇ ਲਾਇਰਸ ਨੇ ਕਰਨੀਆਂ ਨੇ। ਤੁਸੀਂ ਸਿਰਫ ਆਪਣੇ ਡਾਕੂਮੈਂਟਸ ਦੇਣੇ ਆ, ਆਪਣੀ ਫੀਸ GIC ਭਰਨੀ ਆ, ਤੁਸੀਂ ਮੈਨੂੰ ਸਿਰਫ ਇੱਕ ਸਮਾਂ ਦੇਣਾ ਤੁਸੀਂ ਵੀਜ਼ਾ ਲੈਣ ਦਾ। ਘੱਟੋ ਘੱਟ 3 ਮਹੀਨੇ ਪਹਿਲਾਂ ਫਾਈਲ ਲਾਣੀ ਆ ਇਨਟੇਕ ਤੋਂ, ਪਲੱਸ ਜਿਹੜਾ ਇਨਟੇਕ ਆ ਰਿਹਾ ਉਹਦੇ ਕਲੋਜ਼ ਹੋਣ ਤੋਂ ਪਹਿਲਾਂ ਤੁਹਾਡੇ ਕੋਲ ਆਫਰ ਲੈਟਰ ਐਂਡ ਕਾਲਜ ਫੀਸ ਭਰੀ ਹੋਣੀ ਚਾਹੀਦੀ ਆ। ਠੀਕ ਹੈ, ਤਾਂ ਤੁਹਾਨੂੰ ਵੀਜ਼ਾ ਮਿਲੂਗਾ। ਜੇ ਅੱਜ ਤੁਸੀਂ ਸੋਚ ਲਿਆ ਨਾ ਵੀ ਮੈਂ ਇਹ ਕਾਲਜ 'ਚ ਜਾਣਾ, ਕਾਲਜ ਭੁੱਲ ਜਾਓ, ਅੱਜ ਕਾਲਜ ਫੁੱਲ ਪਏ ਨੇ, 27 ਲੱਖ ਫਾਈਲਾਂ ਕਾਲਜ ਦੀਆਂ ਹੀ ਪਈਆਂ ਨੇ ਐਮਬੈਸੀ 'ਚ। ਯੂਨੀਵਰਸਿਟੀਆਂ ਵੱਲ ਹੋ ਜਾਓ ਤਾਂ ਵੀਜ਼ਾ ਮਿਲੂਗਾ। ਗਵਰਨਮੈਂਟ ਕਾਲਜਸ ਦਾ, ਪਬਲਿਕ ਕਾਲਜ ਦਾ ਖੇੜਾ ਛੱਡ ਦੋ, ਉੱਥੇ ਫਾਈਲਾਂ ਬਹੁਤ ਨੇ। ਸੈਮੀ ਗਵਰਨਮੈਂਟ ਕਾਲਜਸ 'ਚ ਜਾਓ ਜਿਹਦੇ ਤੋਂ ਤੁਹਾਨੂੰ ਵੀਜ਼ਾ ਮਿਲੂਗਾ, ਤਾਂ ਤੁਸੀਂ ਵੀਜ਼ੇ ਦੇ ਮੁਕਾਮ ਤੱਕ ਪਹੁੰਚ ਸਕਦੇ ਹੋ। ਜਿਹੜੇ ਨਵੇਂ ਸਟੂਡੈਂਟਸ ਨੇ, ਪੁਰਾਣੇ ਸਟੂਡੈਂਟਸ ਤਾਂ
ਸਰਕਾਰੀ ਕਾਲਜ ਲੈ ਕੇ ਵੀਜ਼ੇ ਦੀ ਵੇਟ ਕਰਦੇ ਪਏ ਆ ਡੇਢ ਸਾਲ ਤੋਂ। ਸਾਲ 9 ਮਹੀਨੇ ਕਿਸੇ ਨੂੰ ਹੋ ਗਏ ਨੇ, ਉਹਨਾਂ ਕੋਲ ਵੀਜ਼ਾ ਨਹੀਂ ਹਾਸਿਲ ਹੋਇਆ। ਸਰਕਾਰੀ ਕਾਲਜ ਮਿਲਿਆ ਹੋਇਆ ਬਟ ਉਹਦੇ 'ਚ ਵੀਜ਼ਾ ਨਹੀਂ ਆਇਆ। ਸੋ ਵੀਜ਼ਾ ਲੈਣਾ ਕਾਲਜ ਯੂਨੀਵਰਸਿਟੀ ਮੇਰੇ ਅਕੋਰਡਿੰਗ ਲਓ, ਉੱਥੇ ਪਹੁੰਚਾਇਆ ਜਾਊਗਾ, ਵੀਜ਼ਾ ਮਿਲੂਗਾ ਤੁਹਾਨੂੰ। ਡਿਲੇ ਬਿਲਕੁਲ ਤੁਹਾਡਾ ਵੀਜ਼ਾ ਨਹੀਂ ਹੋਊਗਾ। ਜਿਹੜਾ ਇਨਟੇਕ ਦੇਤਾ ਉਸੇ ਇਨਟੇਕ 'ਚ ਵੀਜ਼ਾ ਹਾਸਿਲ ਕਰੋਗੇ। ਜੀ ਬਿਲਕੁਲ, ਜਿਹੜਾ ਤੁਸੀਂ ਕਾਲਜਿਸ ਦੀ ਗੱਲ ਕੀਤੀ, ਵਾਕਈ ਇਹ ਵੀ ਬਹੁਤ ਵੱਡਾ ਇੱਕ ਸਵਾਲ ਜ਼ਰੂਰ ਸਟੂਡੈਂਟਸ ਦੇ ਮਨ ਵਿੱਚ ਰਹਿੰਦਾ ਹੈ ਕਿ ਗਵਰਨਮੈਂਟ ਕਾਲਜ ਜਾਂ ਪ੍ਰਾਈਵੇਟ ਕਾਲਜ ਕੀ ਫਰਕ ਪੈਂਦਾ ਹੈ ਇਸ ਦੇ ਨਾਲ ਅੱਗੋਂ ਜਾ ਕੇ ਲੌਂਗ ਟਰਮ। ਇਹਨੂੰ ਜ਼ਰੂਰ ਜਾਣਨਾ ਚਾਹਾਂਗੇ ਕਿ PR ਵਿੱਚ ਕੋਈ ਫਰਕ ਪੈਂਦਾ ਹੈ ਜਾਂ ਫਿਰ ਉੱਥੋਂ ਦੀ ਸਟੱਡੀ 'ਚ ਕੋਈ ਫਰਕ ਹੁੰਦਾ, ਈਜ਼ੀ ਹੁੰਦੀ ਹੈ, ਟਫ ਹੁੰਦੀ ਹੈ, ਜਾਂ ਫੀਸ ਵਿੱਚ ਫਰਕ ਹੁੰਦਾ, ਕੀ ਡਿਫਰੈਂਸ ਹੁੰਦਾ? ਦੇਖੋ, ਪਹਿਲਾਂ ਪ੍ਰੋਬਲਮ ਆਉਂਦੀ ਸੀ ਪ੍ਰਾਈਵੇਟ ਕਾਲਜ 'ਚ ਵਰਕ ਪਰਮਿਟ ਨਹੀਂ ਮਿਲਦੇ ਸੀ। ਠੀਕ ਹੈ। 2021 ਦੇ ਵਿੱਚ ਕੈਨੇਡਾ ਦੀ ਗਵਰਨਮੈਂਟ ਨੇ ਸਾਰੇ ਕਾਲਜਿਸ ਨੂੰ DLI ਨੰਬਰ ਇਸ਼ੂ ਕਰਤਾ ਜੀ ਕਿ ਪ੍ਰਾਈਵੇਟ ਕਾਲਜ ਵਾਲਾ ਵੀ ਬੱਚਾ ਅੱਜ ਵਰਕ ਪਰਮਿਟ ਲੈ ਸਕਦਾ। ਹਰ ਇੱਕ ਕਾਲਜ ਕੋਲ DLI ਨੰਬਰ ਆ, ਜਿਹਦੇ ਕੋਲ DLI ਨੰਬਰ ਆ ਉਹ ਸਟੂਡੈਂਟਸ ਵਰਕ ਪਰਮਿਟ ਅਪਲਾਈ ਕਰਨ ਦੇ ਲਈ ਐਲੀਜੀਬਲ ਆ। ਪਹਿਲਾਂ DLI ਨੰਬਰ ਨਹੀਂ ਸੀਗੇ, ਇਸ ਕਰਕੇ ਐਲੀਜੀਬਲ ਨਹੀਂ ਬਣਦੇ ਸੀਗੇ। ਤੁਸੀਂ ਕਾਲਜਿਸ ਪਬਲਿਕ 'ਚ ਜਾ ਰਹੇ ਹੋ, ਪ੍ਰਾਈਵੇਟ ਵੀ ਵਰਕ ਪਰਮਿਟ ਦੇ ਰਿਹਾ, ਵਰਕ ਪਰਮਿਟ ਪਬਲਿਕ ਕਾਲਜ ਵੀ ਦੇ ਰਿਹਾ। ਅੱਜ ਪਬਲਿਕ ਕਾਲਜ 'ਚ 27 ਲੱਖ ਫਾਈਲਾਂ ਲੱਗ ਚੁੱਕੀਆਂ ਨੇ, ਤਾਂ ਵੀਜ਼ੇ ਨਹੀਂ ਆ ਰਹੇ। ਪ੍ਰਾਈਵੇਟ ਸੈਮੀ ਗਵਰਨਮੈਂਟ ਕਾਲਜਿਸ ਫ੍ਰੀ ਬੈਠੇ ਨੇ, ਉੱਥੇ ਐਪਲੀਕੇਸ਼ਨਾਂ ਨੂੰ ਫਾਰਵਰਡ ਕਰੋ, ਵੀਜ਼ੇ ਦੇ ਮੁਕਾਮ ਤੱਕ ਪਹੁੰਚੋ। ਤੁਸੀਂ ਇੱਥੇ ਪੰਜਾਬ 'ਚ ਮਾਈਂਡ ਸੈਟ ਬਣਾ ਲਿਆ ਜੀ ਪ੍ਰਾਈਵੇਟ ਕਾਲਜ 'ਚ ਨਹੀਂ ਜਾਣਾ, ਜਾਣਾ ਸਰਕਾਰੀ 'ਚ। ਕੀ ਤੁਸੀਂ ਸਰਕਾਰੀ 'ਚ ਚਲੇ ਗਏ ਹੋ? ਜਿਨ੍ਹਾਂ ਨੇ ਸਰਕਾਰੀ ਕਾਲਜ ਚੁਣਿਆ ਮੈਨੂੰ ਉਹ ਆਨਸਰ ਦੇਣ ਕਿ ਹਾਂ ਤੁਹਾਡਾ ਵੀਜ਼ਾ ਆ ਗਿਆ ਸਰਕਾਰੀ 'ਚੋਂ। ਜਿਹੜੇ ਪ੍ਰਾਈਵੇਟ ਅਪਲਾਈ ਕੀਤੇ ਸੀ ਉਹ ਅੱਜ ਪਹੁੰਚ ਵੀ ਗਏ ਨੇ ਪ੍ਰਾਈਵੇਟ ਵਾਲੇ। ਕਿਉਂਕਿ DLI ਨੰਬਰ ਹੈਗੇ ਨੇ। ਪਬਲਿਕ ਕਾਲਜ ਨੂੰ ਵੀ ਵੀਜ਼ਾ ਮਿਲ ਰਿਹਾ, ਅੱਜ ਪ੍ਰਾਈਵੇਟ ਨੂੰ ਵੀ ਮਿਲਦਾ ਪਿਆ। ਬਟ ਪ੍ਰਾਈਵੇਟ ਕਾਲਜ ਦਾ ਪਬਲਿਕ ਕਾਲਜ ਨਾਲੋਂ ਪਹਿਲਾਂ ਵੀਜ਼ਾ ਆ ਰਿਹਾ, ਉੱਥੇ ਦਾ ਬੱਚਾ ਪਹਿਲਾਂ ਪਹੁੰਚ ਰਿਹਾ ਕਿਉਂਕਿ ਫਾਈਲਾਂ ਘੱਟ ਨੇ ਉੱਥੇ। ਬਾਅਦ ਦੇ ਵਿੱਚ ਜਾ ਕੇ ਤੁਸੀਂ ਵਰਕ ਪਰਮਿਟ ਅਪਲਾਈ ਕਰੋਗੇ, ਵਰਕ ਪਰਮਿਟ ਮਿਲੂਗਾ, ਗਵਰਨਮੈਂਟ ਦਊਗੀ ਤੁਹਾਨੂੰ, DLI ਨੰਬਰ ਹੈਗਾ। ਇਸ ਚੀਜ਼ ਨੂੰ ਜਸਟੀਫਿਕੇਸ਼ਨ ਜਾਂ ਚੈੱਕ ਕਰ ਸਕਦੇ ਹੋ ਤੁਸੀਂ। ਬਿਲਕੁਲ। ਸੋ ਇਹੀ ਗੱਲ ਹੈ ਕਿ ਸਮੇਂ ਦੇ ਨਾਲ ਅੰਬੈਸੀ ਜਿਹੜੇ ਆਪਣੇ ਅਪਡੇਟਸ ਕਰਦੇ ਨੇ, ਉਹਨਾਂ ਅਪਡੇਟਸ ਨੂੰ ਇਸੇ ਲਈ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਹਿੰਦੇ ਹਾਂ ਕਿਉਂਕਿ ਕਈ ਵਾਰੀ ਪੁਰਾਣੀਆਂ ਗੱਲਾਂ ਨੂੰ ਹੀ ਸੋਚ ਕੇ ਸਟੂਡੈਂਟਸ ਜਾਂ ਪੇਰੈਂਟਸ ਮਨ ਉਵੇਂ ਹੀ ਬਣਾ ਲੈਂਦੇ ਨੇ। ਸੋ ਅੱਜ ਦੇ ਟਾਈਮ ਵਿੱਚ ਚੀਜ਼ਾਂ ਜਿਵੇਂ ਬਦਲਦੀਆਂ, ਉਸੇ ਤਰੀਕੇ ਨਾਲ ਤੁਸੀਂ ਵੀ ਉਹਨਾਂ ਚੀਜ਼ਾਂ ਨੂੰ ਸਮਝਿਆ ਕਰੋ, ਅਵੇਅਰ ਹੋਇਆ ਕਰੋ, ਤਾਂ ਕਿ ਤੁਹਾਨੂੰ ਵੀ ਲੇਟੈਸਟ ਅਪਡੇਟਸ ਦਾ ਪਤਾ ਹੋਵੇ ਤੇ ਸਹੀ ਡਿਸੀਜਨ ਤਾਂ ਹੀ ਤੁਸੀਂ ਲੈ ਸਕੋਗੇ ਜੇਕਰ ਤੁਹਾਨੂੰ ਖੁਦ ਹਰ ਚੀਜ਼ ਦੇ ਬਾਰੇ ਜਾਣਕਾਰੀ ਹੈ। ਸੋ ਕੈਨੇਡਾ ਬਾਰੇ ਕੋਈ ਹੋਰ ਤੁਹਾਡਾ ਆਪਣਾ ਵੀ ਸਵਾਲ ਹੋਵੇ ਤਾਂ ਲਗਾਤਾਰ ਨੰਬਰ ਡਿਸਪਲੇ ਹੋ ਰਿਹਾ ਸਕਰੀਨ ਦੇ ਉੱਪਰ, ਇਸ ਦੇ ਉੱਪਰ ਕਾਲ ਕਰਕੇ ਤੁਸੀਂ ਹੈੱਡਕੁਆਰਟਰ ਆਫ ਇਮੀਗ੍ਰੇਸ਼ਨ ਸਰਵਿਸਿਜ਼ ਦੀ ਟੀਮ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ। ਪਟਿਆਲਾ ਵਿੱਚ ਇਹਨਾਂ ਦਾ ਆਫਿਸ ਹੈ। ਆਪਣੇ ਡਾਕੂਮੈਂਟਸ ਲੈ ਕੇ ਤੁਸੀਂ ਵਿਜ਼ਿਟ ਕਰੋ। ਸਭ ਤੋਂ ਬੈਸਟ ਇਹੀ ਹੁੰਦਾ ਹੈ ਕਿ ਤੁਸੀਂ ਆਪਣੇ ਪਹਿਲਾਂ ਡਾਕੂਮੈਂਟਸ ਦੀ ਅਸੈਸਮੈਂਟ ਕਰਵਾਓ। ਸੋ ਅਸੀਂ ਅਸੈਸਮੈਂਟ ਕਰਵਾਉਣ ਤੋਂ ਪਹਿਲਾਂ ਹੀ ਕਈ ਵਾਰੀ ਆਪਣੇ ਇੱਕ ਚੁਆਇਸ ਬਣਾ ਲੈਂਦੇ ਹਾਂ, ਅਸੀਂ ਫਲਾਣੀ ਥਾਂ ਜਾਣਾ, ਫਲਾਣੀ ਕੰਟਰੀ ਔਰ ਫਲਾਣੇ ਕਾਲਜ ਆਉਣਾ, ਇਹ ਅਸੀਂ ਕੋਰਸ ਲੈਣਾ, ਜਦ ਕਿ ਅਸੀਂ ਕਈ ਵਾਰ ਐਲੀਜੀਬਲ ਨਹੀਂ ਹੁੰਦੇ। ਸੋ ਅੱਗੋਂ ਮੈਂ ਗੱਲ ਆਸਟ੍ਰੇਲੀਆ ਬਾਰੇ ਵੀ ਜ਼ਰੂਰ ਕਰਨਾ ਚਾਹਾਂਗੀ ਕਿ ਡਿਲੇ ਉੱਥੇ ਵੀ ਸਾਨੂੰ ਸੁਣਨ ਨੂੰ ਆ ਰਿਹਾ ਹੈ ਰਿਜ਼ਲਟਸ ਦੇ ਵਿੱਚ, ਤੇ ਕਿਹੜੇ ਸਟੂਡੈਂਟਸ ਹੁਣ ਟਾਈਮਲੀ ਅਪਲਾਈ ਕਰ ਲੈਣ ਤੇ ਕਿਹੜੇ ਇਨਟੇਕ ਲਈ ਹਲੇ ਵੀ ਸੀਟਸ ਅਵੇਲੇਬਲ ਨੇ? ਦੇਖੋ, ਮੇਰੇ ਕੋਲ ਪਿਛਲੇ ਵੀਕ ਸ਼ੋਅ 'ਚੋਂ ਇੱਕ ਕਾਲ ਆਈ ਸੀ ਟੀਮ ਨੂੰ ਜੀ। ਇੱਕ ਸਟੂਡੈਂਟਸ ਨੇ ਐਪਲੀਕੇਸ਼ਨ ਲਾਈ ਆਸਟ੍ਰੇਲੀਆ ਦੀ, ਠੀਕ ਹੈ, ਉਹਦਾ ਵੀਜ਼ਾ ਨਹੀਂ ਆਇਆ। ਉਹਦੇ ਮੈਡੀਕਲ ਹੋਏ ਨੂੰ ਜਦੋਂ ਦੀ ਫਾਈਲ ਲੱਗੀ ਹੈ, ਮੈਡੀਕਲ ਤੋਂ ਬਾਅਦ 5 ਜਾਂ 10 ਦਿਨਾਂ 'ਚ ਉਹਦਾ ਮੈਡੀਕਲ ਹੋ ਗਿਆ ਜੀ, ਬਟ ਉਹਦਾ ਵੀਜ਼ਾ ਨਹੀਂ ਆਇਆ ਕਿਉਂਕਿ ਇਨਟੇਕ ਦੇ ਵਿੱਚ ਸਿਰਫ 11 ਦਿਨ ਰਹਿ ਗਏ ਸੀਗੇ। ਓਕੇ, ਫਾਈਲ ਲੱਗੀ ਦੇਖੋ ਕਿੰਨੀ ਆ, 20-21 ਦਿਨਾਂ 'ਚ ਫਾਈਲ ਆਈ ਹੈ। ਇਨਟੇਕ ਤੋਂ ਪਹਿਲਾਂ ਕਿੱਦਾਂ ਵੀਜ਼ਾ ਹਾਸਿਲ ਕਰ ਸਕਦੇ ਸੀ? ਇਨਟੇਕ ਤੋਂ ਮਹੀਨਾ, ਡੇਢ ਮਹੀਨਾ, 15-20 ਦਿਨ ਪਹਿਲਾਂ ਫਾਈਲਾਂ ਲਾਉਣ ਦੇ ਨਾਲ ਵੀਜ਼ੇ ਨਹੀਂ ਮਿਲਦੇ ਪਏ। ਇਨਟੇਕ ਤੋਂ ਪਹਿਲਾਂ ਫਾਈਲਾਂ ਲਾਣੀਆਂ ਕਿਉਂਕਿ ਪੰਜਾਬ ਦੇ ਵਿੱਚ ਅੱਜ ਜਾਲੀ ਫੰਡ, ਜਾਲੀ ਡਾਕੂਮੈਂਟਸ ਦਾ ਰੋਲਾ ਪਿਆ ਹੋਇਆ ਸਟੂਡੈਂਟਸ ਦੇ, ਜਿਹਦੇ ਕਰਕੇ ਐਮਬੈਸੀ ਅੱਜ ਸਮਾਂ ਮੰਗਦੀ ਆ। ਸਹੀ ਸਟੂਡੈਂਟਸ ਦੇ ਵੀ ਫਾਈਲ ਦਾ ਸਮਾਂ ਮੰਗ ਰਹੀ ਆ ਕਿਉਂਕਿ ਪਹਿਲੇ ਵਾਲਿਆਂ ਨੇ ਜਾਲੀ ਫੰਡ ਡਾਕੂਮੈਂਟਸ ਲਾ ਕੇ ਪੰਜਾਬ ਦੀ ਇੱਕ ਛਵੀ ਖਰਾਬ ਕਰਤੀ ਆ, ਜਿਹਦੇ ਕਰਕੇ ਐਮਬੈਸੀ ਸਮਾਂ ਮੰਗ ਰਹੀ ਆ ਤੁਹਾਡੇ ਡਾਕੂਮੈਂਟਸ, ਤੁਹਾਡੇ ਫੰਡ ਦੀ ਵੈਰੀਫਿਕੇਸ਼ਨ ਕਰਨ ਦੇ ਲਈ। ਸੋ ਇਹ ਆ ਕਿ ਕੋਈ ਵੀ ਨਵਾਂ ਸਟੂਡੈਂਟ ਜਾਣਾ ਚਾਹੁੰਦਾ ਆਸਟ੍ਰੇਲੀਆ ਜਾਂ ਕੈਨੇਡਾ, ਉਹ ਇਨਟੇਕ ਤੋਂ 2-3 ਮਹੀਨੇ ਪਹਿਲਾਂ ਐਪਲੀਕੇਸ਼ਨ ਨੂੰ ਸਬਮਿਟ ਕਰਾਵੇ, ਦਿੱਤੇ ਗਏ ਕਾਲਜ ਕੋਰਸਿਸ ਤੇ ਫੋਲੋ ਕਰੇ, ਰਿਕੁਆਇਰਮੈਂਟ ਦੇਖੋ ਤੁਹਾਡੀ ਜਿੰਨੀ ਵੀ ਹੈਗੀ ਆ ਉਹ ਐਕਸੈਪਟ ਆ ਹਰ ਇੱਕ ਕੰਟਰੀ 'ਚ। ਹਰ ਇੱਕ ਦੇ ਲਈ ਸਿਲੈਕਟ ਕਰਨ ਦੇ ਲਈ ਰਿਕੁਆਇਰਮੈਂਟ ਆ ਜਿਹੜੀ ਤੁਹਾਡੀ ਕਾਲਜ ਕੋਰਸ ਵੱਖਰੇ ਵੱਖਰੇ ਬਣੇ ਹੋਏ ਆ। ਸੋ ਉਹ ਕਾਲਜ, ਉਹ ਕੋਰਸ ਨਾ ਚੁਣੋ ਜਿਹਦੇ 'ਚ ਤੁਹਾਡੇ ਖੁਦ ਦੇ ਰਿਸ਼ਤੇਦਾਰ ਜਾਂ ਫਰੈਂਡ ਸਰਕਲ ਗਏ ਹੋਏ ਨੇ। ਐਪਲੀਕੇਸ਼ਨ ਪ੍ਰੋਫਾਈਲਸ ਚੇਂਜ ਸੀਗੀਆਂ ਉਹਨਾਂ ਦੀਆਂ। ਵੀਜ਼ਾ ਲੈਣਾ ਚਾਹੁੰਦੇ ਹੋ, ਮੇਰੇ ਕੋਲ ਆਓ, ਤੁਹਾਨੂੰ ਗਰੰਟੀ ਦੇ ਨਾਲ ਵੀਜ਼ਾ ਦੇਵਾਂਗੇ।
ਕਿਉਂਕਿ ਵੀਜ਼ਾ ਲੈਣ ਦਾ ਸਾਡਾ ਕਾਰੋਬਾਰ ਆ, ਅਸੀਂ ਵੀਜ਼ਾ ਲੈ ਕੇ ਦਿੰਨੇ ਆ ਤੁਹਾਨੂੰ, ਇਸ ਤੋਂ ਬਾਅਦ ਸਾਨੂੰ ਹੋਰ ਕੋਈ ਕੰਮ ਹੀ ਨਹੀਂ ਆਉਂਦਾ। ਸੋ ਇਹ ਚੀਜ਼ਾਂ ਤੇ ਤੁਸੀਂ ਚੱਲੋ, ਸਾਡੇ ਨਾਲ ਜੁੜੋ, ਤੁਹਾਨੂੰ ਵੀਜ਼ੇ ਦੇ ਮੁਕਾਮ ਤੱਕ ਪਹੁੰਚਾਵਾਂਗੇ ਜੀ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਸਾਰੀ ਜਾਣਕਾਰੀ ਤੁਸੀਂ ਅੱਜ ਸ਼ੋਅ ਵਿੱਚ ਆ ਕੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਤੇ ਉਮੀਦ ਕਰਦੇ ਹਾਂ ਤੁਸੀਂ ਇਸ ਸਾਰੀ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਚੱਕੋਗੇ। ਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ।